ਬੜੀਆਂ ਸਮੱਸਿਆਵਾਂ ਆਉਂਦੀਆਂ ਨੇ। ਲੋਕ ਅਕਸਰ ਆਪਣੇ ਦੇਸ਼ ਦੇ ਵਿੱਚੋਂ ਵੀ ਕਹਿੰਦੇ ਨੇ ਕਿ ਜੀ ਅਸੀਂ ਪ੍ਰਵਾਸ ਕਰਨਾ ਹੈ, ਕੈਨੇਡਾ ਜਾਣਾ ਆ। ਕਿਸ ਤਰ੍ਹਾਂ ਦੇ ਲੋਕ ਤੁਹਾਡੇ ਕੋਲੇ ਆਉਂਦੇ ਨੇ ਜੀ? ਕਿੱਦਾਂ ਦਾ ਉਹਨਾਂ ਨੂੰ ਮੈਂਟਲ ਸਟ੍ਰੈਸ ਕਿਸ ਲੈਵਲ ਦਾ ਹੁੰਦਾ ਹੈ ਜਦੋਂ ਤੁਹਾਡੇ ਕੋਲੇ ਆਉਂਦੇ ਨੇ? ਬਹੁਤ ਹੀ ਮੈਂਟਲ ਸਟ੍ਰੈਸ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਇੱਕ ਕਲਾਇੰਟ ਇੰਨਾ ਮੈਂਟਲ ਸਟ੍ਰੈਸ ਸੀਗਾ, ਇੰਨਾ ਡਰ ਸੀ ਵੀ ਇੱਕ ਨੇ ਤੇ ਆਪਣੀ ਜਾਨ ਹੀ ਲੈ ਲਈ ਵੀ ਮੈਂ ਵਾਪਸ ਨਹੀਂ ਜਾਣਾ। ਇਮੀਗ੍ਰੇਸ਼ਨ ਆਫਿਸਰ ਨੇ ਜਦੋਂ PR ਐਪਲੀਕੇਸ਼ਨ ਤੇ ਅੱਗੇ ਪ੍ਰੋਸੈਸ ਹੋ ਰਹੀ ਸੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਇੱਕ ਵਾਰੀ ਡਿਵੋਰਸ ਹੋਇਆ ਸੀ ਤੇ ਇਹਨੇ ਆਪਣਾ ਨਾਂ ਚੇਂਜ ਕੀਤਾ ਸੀ। ਉਹਨੇ ਦੱਸਿਆ ਨਹੀਂ। ਉਸ ਬੇਸ ਤੇ ਮਿਨਿਸਟਰ ਸੋਚ ਰਿਹਾ ਵੀ ਇਹ ਮਿਸਰੈਪ੍ਰੈਜ਼ੈਂਟੇਸ਼ਨ ਕਰਕੇ ਅਸੀਂ ਤੇਰਾ ਸਟੇਟਸ ਵਿਡਰਾਅ ਕਰ ਲੈਂਦੇ। ਫਿਰ ਉਹ ਜੱਜ ਡਿਸਾਈਡ ਕਰੂ ਵੀ ਇਹਦਾ ਸਟੇਟਸ ਵਿਡਰਾਅ ਕਰੀਏ ਜਾਂ ਨਹੀਂ। ਸੋ ਜਿੰਨਾ ਚਿਰ ਪੱਕਾ ਨਾ ਮਿਲੇ ਸਟੇਟਸ, ਪਰਮਨੈਂਟ ਰੈਜ਼ੀਡੈਂਸ ਪੱਕਾ ਨਹੀਂ, ਪਰਮਨੈਂਟ ਰੈਜ਼ੀਡੈਂਸ ਹੈਗਾ, ਪਰ ਕਈ ਆਪਣੇ ਲੋਕ ਇੱਦਾਂ ਸਮਝਦੇ ਚਲੋ ਮੈਂ PR ਬਣ ਕੇ ਮੈਂ ਪੱਕਾ ਹੋ ਗਿਆ। ਨਹੀਂ ਜੀ, ਤੁਸੀਂ ਪੱਕੇ ਨਹੀਂ ਹੋਏ। ਤੁਹਾਨੂੰ ਸਿਟੀਜ਼ਨਸ਼ਿਪ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਕਈ ਆਪਣੇ ਲੋਕ ਬਹੁਤ ਘੋਲ ਕਰਦੇ ਵੀ ਹਾਂ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਉਸ ਕਰਕੇ ਅਸੀਂ ਸਿਟੀਜ਼ਨਸ਼ਿਪ ਨਹੀਂ ਅਪਲਾਈ ਕਰਨਾ, ਜਾਂ ਸਾਨੂੰ ਇੰਡੀਆ ਜਾਂ ਹੋਰ ਮੁਲਕਾਂ 'ਚ ਫਾਇਦਾ ਆ। ਪਰ ਜਿਨ੍ਹਾਂ 'ਚ ਤੁਹਾਡੇ ਪਾਸ ਸਿਟੀਜ਼ਨਸ਼ਿਪ ਨਹੀਂ ਹੈਗਾ, ਤੁਸੀਂ 100% ਪੱਕੇ ਨਹੀਂ ਹੋ। ਕਈ ਚੀਜ਼ ਇਹ ਹੈ ਵੀ ਕਈ ਵਾਰੀ ਤੁਹਾਡਾ ਸਿਟੀਜ਼ਨਸ਼ਿਪ ਵੀ ਮਿਲ ਗਿਆ, ਉਸ ਟਾਈਮ ਵੀ ਤੁਹਾਡਾ ਸਿਟੀਜ਼ਨਸ਼ਿਪ ਵਿਡਰਾਅ ਕਰ ਸਕਦੇ ਆ। ਜਿੰਨਾ ਚਿਰ ਤੁਹਾਨੂੰ ਪ੍ਰੋਟੈਕਟਿਡ ਪਰਸਨ ਦਾ ਸਟੇਟਸ ਨਹੀਂ ਮਿਲਦਾ, ਉਹਨਾਂ ਚਿਰ ਤੁਸੀਂ ਬੇਸਿਕਲੀ ਰਿਮੂਵਲ ਆਰਡਰ ਤੁਹਾਡਾ ਬਣਿਆ ਹੈ। ਪਰ ਜਿੰਨਾ ਚਿਰ ਤੁਸੀਂ ਆਪਣਾ ਕੇਸ ਨਾ ਪ੍ਰੂਵ ਕਰੋ ਜਾਂ ਪਰਮਨੈਂਟ ਰੈਜ਼ੀਡੈਂਸ ਨਹੀਂ ਮਿਲਦਾ, ਤੁਸੀਂ ਹਲੇ ਕੱਚੇ ਹੀ ਹੋ। ਜਿਹੜੇ ਰਿਫਿਊਜੀ ਆ, ਉਹ ਵਿਚਾਰਿਆਂ ਨੂੰ ਕੋਈ ਚੋਇਸ ਨਹੀਂ ਹੁੰਦੀ। ਉਹਨਾਂ ਨੂੰ ਖਤਰਾ ਆ, ਕੋਈ ਗੌਰਮੈਂਟ ਤੋਂ ਖਤਰਾ ਹੁੰਦਾ, ਕੋਈ ਹੋਰ ਇਨਸਾਨ ਤੋਂ ਖਤਰਾ, ਕੋਈ ਗੈਂਗਸਟਰ ਤੋਂ ਖਤਰਾ, ਕੋਈ ਫੈਮਿਲੀ ਮੈਂਬਰ ਤੋਂ ਖਤਰਾ। ਉਹ ਖਤਰੇ ਕਰਕੇ ਆਪਣੀ ਜਾਨ ਬਚਾਉਣ ਵਾਸਤੇ ਰੈਫਿਊਜੀ ਫਾਈਲ ਕਰਦੇ ਵੀ ਮੈਨੂੰ ਬਚਾਓ, ਮੈਨੂੰ ਪ੍ਰੋਟੈਕਸ਼ਨ ਕਰੋ। ਪਰ ਜਿਹੜੇ ਇਮੀਗ੍ਰੈਂਟ ਆ, ਉਹ ਇਮੀਗ੍ਰੈਂਟ ਆਪਣੇ ਚੋਇਸ ਨਾਲ ਆਉਂਦੇ ਆ ਵੀ ਕਹਿੰਦੇ ਚਲੋ ਮੈਂ ਇਸ ਮੁਲਕ 'ਚ ਆ, ਮੈਂ ਦੂਜੇ ਮੁਲਕ 'ਚ ਜਾ ਕੇ ਰਹਿਣਾ। ਫਿਰ ਐਜ਼ ਐਨ ਇਮੀਗ੍ਰੈਂਟ ਉਹਨਾਂ ਨੂੰ ਅਪਲਾਈ ਕਰਨਾ ਪੈਂਦਾ ਬੇਸਡ ਔਨ ਜਿਹੜੇ ਉਸ ਕੰਟਰੀ ਦੇ ਕਾਨੂੰਨ ਆ, ਜਿਹੜੇ ਸਟੈਪਸ ਲੈਣੇ ਪੈਂਦੇ ਆ, ਕੁਆਲੀਫਾਈ ਕਰਨਾ ਪੈਂਦਾ ਵੀ ਹਾਂ ਮੈਂ ਇਮੀਗ੍ਰੈਂਟ ਇੱਥੇ ਬਣ ਸਕਦਾ। ਇਹ ਹੋ ਸਕਦਾ ਤੁਸੀਂ ਬਿਜ਼ਨਸ ਤੌਰ 'ਤੇ ਆਓ, ਜਾਂ ਤੁਸੀਂ ਫੈਮਿਲੀ ਸਪਾਂਸਰਸ਼ਿਪ 'ਤੇ ਆਓ, ਜਾਂ ਤੁਸੀਂ ਕੋਈ ਐਕਨੋਮਿਕ ਰੀਜ਼ਨ, ਫੋਰ ਐਗਜ਼ਾਮਪਲ ਤੁਹਾਨੂੰ ਵਰਕ ਪਰਮਿਟ ਮਿਲੀ ਆ LMI ਬੇਸ 'ਤੇ ਵੀ ਤੁਹਾਡੀ ਲੋੜ ਆ ਇੱਥੇ ਐਜ਼ ਅ ਫੋਰਨ ਵਰਕਰ, ਉਸ ਤੋਂ ਬਾਅਦ ਤੁਹਾਨੂੰ ਸਪਾਂਸਰਸ਼ਿਪ ਮਿਲ ਸਕਦਾ, ਜਿਹੜੇ ਬੇਸ 'ਤੇ ਤੁਸੀਂ ਆਪਣਾ ਪਰਮਨੈਂਟ ਰੈਜ਼ੀਡੈਂਸ ਅਪਲਾਈ ਕਰ ਸਕਦੇ ਹੋ। ਕਈ ਵਾਰੀ ਜਿਹੜੇ ਰਿਜੈਕਸ਼ਨ ਹੁੰਦੇ ਆ, ਉਹ ਸਮਝ ਨਹੀਂ ਆਉਂਦੀ ਵੀ ਕਿਹੜੇ ਬੇਸ 'ਤੇ ਰਿਜੈਕਟ ਕਰ ਦਿੱਤਾ। ਕੀ ਕੋਈ ਪਾਰਟਿਕੂਲਰ ਸਟੇਟ ਹੈ ਕੈਨੇਡਾ ਦੇ ਵਿੱਚ ਜਿੱਥੇ ਅਸੀਂ ਕਹਿ ਸਕਦੇ ਕਿ ਭਾਈ ਫਲਾਣੇ ਸਟੇਟ ਦੇ ਵਿੱਚ ਲੈਂਡ ਕਰ ਜਾਓ ਤੇ ਉੱਥੇ ਅਸਾਈਲਮ ਦੀ ਐਪਲੀਕੇਸ਼ਨ ਲਾਓ, ਜ਼ਿਆਦਾ ਬੈਨੀਫੀਸ਼ੀਅਲ ਹੈ? ਨਹੀਂ ਜੀ, ਉਹ ਹੁੰਦਾ ਸੀ ਟਾਈਮ, ਕਈ ਕਹਿੰਦੇ ਸੀ ਚਲੋ ਤੁਸੀਂ ਕੁਬੈਕ ਚਲ ਜਾਓ ਜਾਂ ਇੱਥੇ ਚਲ ਜਾਓ। ਦੇਖੋ ਜੀ, ਅੱਜ ਕੱਲ੍ਹ ਅਸੀਂ ਹੀਅਰਿੰਗ ਕਰੀਦੀ ਆ ਔਨਲਾਈਨ। ਕਈ ਵਾਰੀ ਸਾਡਾ ਜੱਜ ਹੁੰਦਾ ਆ ਅਲਬਰਟਾ, ਅਸੀਂ ਹੁੰਦੇ ਆ ਵੈਨਕੂਵਰ, ਇੰਟਰਪ੍ਰੀਟਰ ਹੁੰਦਾ ਟੋਰਾਂਟੋ। ਸੋ ਇਹ ਜ਼ਰੂਰੀ ਨਹੀਂ ਵੀ ਕੋਈ ਸਟੇਟ 'ਤੇ ਮੋਰ ਰਿਲੈਕਸਡ ਆ, ਨਹੀਂ ਰਿਲੈਕਸਡ। ਇਹ ਡਿਪੈਂਡ ਕਰਦਾ ਤੁਹਾਡੀ ਕਹਾਣੀ ਕੀ ਆ, ਤੁਹਾਡਾ ਵਕੀਲ ਕੌਣ ਆ, ਤੁਹਾਡੇ ਵਿਟਨੈਸਿਸ ਕਿੱਦਾਂ ਦੇ ਆ, ਤੁਹਾਡਾ ਜੱਜ ਕੌਣ ਆ, ਅਤੇ ਕਈ ਚੀਜ਼ਾਂ ਫੈਕਟਰ ਜਿਹੜੇ ਡਿਪੈਂਡ ਕਰਦੇ ਵੀ ਸਕਸੈਸ ਜਾਂ ਨਹੀਂ ਸਕਸੈਸ। ਦਰਸ਼ਕਾਂ ਦਾ ਬਹੁਤ ਨਿੱਘਾ ਸਵਾਗਤ ਹੈ ਜੀ D5 ਚੈਨਲ ਪੰਜਾਬੀ ਦੇ ਉੱਤੇ। ਔਰ ਇਸ ਵੇਲੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿਉਂਕਿ ਕੈਨੇਡਾ ਦੇ ਸਟੂਡੀਓਜ਼ ਦੇ ਵਿੱਚੋਂ ਅਸੀਂ ਪ੍ਰੋਗਰਾਮ ਸਟਾਰਟ ਕਰ ਚੁੱਕੇ ਹਾਂ, ਤਾਂ ਇਸ ਵੇਲੇ ਸਾਡੇ ਨਾਲ ਇਮੀਗ੍ਰੇਸ਼ਨ ਦੇ ਮਾਹਰ ਕੁਲਦੀਪ ਚੱਗਰ ਜੀ ਇਸ ਵੇਲੇ ਸਾਡੇ ਨਾਲ ਨੇ। RCICI ਕੰਸਲਟੈਂਟ ਨੇ ਜੀ, ਔਰ ਚੰਗਾ ਨਾਮ ਖੱਟਿਆ ਇਹਨਾਂ ਨੇ ਕਿਉਂਕਿ ਬਹੁਤ ਜ਼ਿਆਦਾ ਲੋਕ ਜਦੋਂ ਪਰੇਸ਼ਾਨ ਹੋ ਜਾਂਦੇ ਨੇ, ਰਿਫਿਊਜੀ ਕੇਸਿਸ, ਅਸਾਈਲਮ ਕੇਸਿਸ ਇਹਨਾਂ ਕੋਲੇ ਆਉਂਦੇ ਨੇ, ਤੇ ਬਹੁਤ ਸਾਰੇ ਲੋਕਾਂ ਨੂੰ ਇਹ ਉਸ ਮੁਕਾਮ ਤੱਕ ਪਹੁੰਚਾ ਦਿੰਦੇ ਨੇ ਜਿੱਥੇ ਉਹ ਪਹੁੰਚਣਾ ਚਾਹੁੰਦੇ ਨੇ, ਜੋ ਉਹਨਾਂ ਦਾ ਸੁਪਨਾ ਹੈ। ਕਿਉਂਕਿ ਲੀਗਲੀ ਬਹੁਤ ਵੱਡਾ ਬੈਟਲ ਹੁੰਦਾ ਹੈ ਜੀ, ਉਹ ਇੱਕ ਲੜਾਈ ਹੁੰਦੀ ਹੈ ਕਿ ਮੈਨੂੰ ਭਾਈ ਕਦੋਂ PR ਮਿਲੂਗੀ, ਕਦੋਂ ਇਮੀਗ੍ਰੇਸ਼ਨ ਮਿਲੂਗੀ। ਸੋ ਉੱਦਾਂ ਦੇ ਸਵਾਲ, ਲੋਕਾਂ ਦੇ ਸਵਾਲ ਅਸੀਂ ਅੱਜ
ਕੁਲਦੀਪ ਚੱਗੜ ਜੀ ਦੇ ਨਾਲ ਗੱਲਬਾਤ ਕਰਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਕੁਲਦੀਪ ਜੀ, ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਫॉर ਹੈਵਿੰਗ ਮੀ ਜੀ। ਕੁਲਦੀਪ ਜੀ, ਤੁਹਾਡਾ ਹੀ ਸਪੈਸ਼ਲਾਈਜੇਸ਼ਨ ਹੈਗੀ ਹੈ ਰਿਫਿਊਜੀਜ਼ ਦੇ ਵਿੱਚ, ਰਿਫਿਊਜੀ ਕੇਸਿਸ ਦੇ ਵਿੱਚ। ਅਸੀਂ ਇਹ ਜਾਣਨਾ ਚਾਹਾਂਗੇ ਕਿੰਨੇ ਤਰ੍ਹਾਂ ਦਾ ਅਸਾਈਲਮ ਕੇਸਿਸ ਹੁੰਦੇ ਨੇ ਤੇ ਰਿਫਿਊਜੀਜ਼ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਜੀ? ਹਾਂਜੀ, ਨਹੀਂ ਜੀ, ਅਸੀਂ ਤਾਂ ਸਪੈਸ਼ਲਾਈਜ਼ ਕਰਦੇ ਜੋ ਵੀ ਤੁਹਾਡੇ ਇਮੀਗ੍ਰੇਸ਼ਨ ਕੇਸ ਤੇ ਕੋਈ ਵੀ ਪ੍ਰੋਬਲਮ, ਕੋਈ ਵੀ ਇਸ਼ੂ ਹੈ, ਅਸੀਂ ਹੀਅਰਿੰਗਸ ਕਰਨ ਵਾਸਤੇ, ਅਪੀਲ ਕਰਨ ਵਾਸਤੇ, ਜਾਂ ਤੁਹਾਡੀ ਕੋਈ ਰਿਜੈਕਸ਼ਨ ਆਈ ਆ ਉਹਨਾਂ ਨੂੰ ਰਿਵਿਊ ਕਰਨ ਵਾਸਤੇ ਅਸੀਂ ਉਹ ਸਾਰੇ ਏਰੀਆ 'ਚ ਸਪੈਸ਼ਲਾਈਜ਼ ਕਰੀਦੇ ਆ। ਤੇ ਰੈਫਿਊਜੀ ਤਾਂ ਇੱਕ ਕੰਪੋਨੈਂਟ ਹੈਗਾ ਉਸ ਪਾਰਟ ਦਾ, ਤਾਂ ਕਾਫੀ ਵੱਡਾ ਕੰਪੋਨੈਂਟ ਆ, ਪਰ ਰੈਫਿਊਜੀ ਐਪਲੀਕੇਸ਼ਨ ਸਿਰਫ ਇੱਕ ਕੰਪੋਨੈਂਟ ਹੈਗਾ, ਉਸ ਕਾਫੀ ਵੱਡਾ ਏਰੀਆ ਹੈਗਾ ਪ੍ਰੈਕਟਿਸ ਦਾ ਜੀ। ਤੇ ਕੁਲਦੀਪ ਜੀ, ਬੜੀਆਂ ਸਮੱਸਿਆਵਾਂ ਆਉਂਦੀਆਂ ਨੇ। ਲੋਕ ਅਕਸਰ ਆਪਣੇ ਦੇਸ਼ ਦੇ ਵਿੱਚੋਂ ਵੀ ਕਹਿੰਦੇ ਨੇ ਕਿ ਜੀ ਅਸੀਂ ਪ੍ਰਵਾਸ ਕਰਨਾ ਹੈ, ਕੈਨੇਡਾ ਜਾਣਾ ਆ, ਤੇ ਕੁਝ ਲੋਕ ਇੱਥੇ ਆ ਕੇ ਵੀ ਅਪਲਾਈ ਕਰਦੇ ਨੇ। ਇਹਨਾਂ ਦੋਨਾਂ 'ਚ ਕੀ ਡਿਫਰੈਂਸ ਰਹਿੰਦਾ ਆ ਜੀ? ਕੀ ਕੋਈ ਬੰਦਾ ਆਪਣੇ ਕੰਟਰੀ 'ਚ ਰਹਿ ਕੇ ਵੀ ਅਪਲਾਈ ਕਰ ਸਕਦਾ ਹੈ? ਹਾਂਜੀ, ਉਹ ਬਹੁਤ ਰੇਅਰ ਸਿਚੁਏਸ਼ਨ ਹੈ ਜਿਹੜੇ ਆਪਣੇ ਕੰਟਰੀ 'ਚੋਂ ਅਪਲਾਈ ਕਰ ਸਕਦੇ ਰੈਫਿਊਜੀ। ਫੋਰ ਐਗਜ਼ਾਮਪਲ ਸੀਰੀਆ, ਕਈ ਕੰਟਰੀਜ਼ ਆ ਜਿੱਥੇ ਕੰਟਰੀ ਦੇ ਵਿੱਚ ਕਈ ਲੋਕ ਹੈਗੇ ਆ ਬੇਸਡ ਔਨ ਉਹਨਾਂ ਦਾ ਧਰਮ ਜਾਂ ਉਹਨਾਂ ਦਾ ਨੈਸ਼ਨੈਲਿਟੀ, ਉਹਨਾਂ ਦਾ ਪੋਲੀਟੀਕਲ ਵਿਊਜ਼ ਹੋ ਸਕਦਾ ਹੈ ਵੀ ਉਹ ਮੁਲਕ 'ਚ ਹਲੇ ਹੈਗੇ ਸੇਫ, ਪਰ ਲੌਂਗ ਟਰਮ 'ਚ ਨਹੀਂ ਸੇਫ। ਉਹ ਉਸ ਮੁਲਕਾਂ 'ਚੋਂ ਵੀ ਅਪਲਾਈ ਕਰ ਸਕਦੇ ਰੈਫਿਊਜੀ ਐਪਲੀਕੇਸ਼ਨ ਲਈ। ਫੋਰ ਐਗਜ਼ਾਮਪਲ, ਜਿੱਦਾਂ ਸਾਡੇ ਆਏ ਸੀਗੇ ਅਫਗਾਨਿਸਤਾਨ ਤੋਂ ਜਾਂ ਸੀਰੀਆ ਤੋਂ, ਉਹ ਉਹਨਾਂ ਮੁਲਕਾਂ 'ਚੋਂ ਅਪਲਾਈ ਕੀਤਾ, ਅਪਰੂਵ ਹੋ ਗਏ ਸੀ ਆਉਣ ਤੋਂ ਪਹਿਲਾਂ ਵੀ ਰੈਫਿਊਜੀ ਇਹਨਾਂ ਦਾ ਸਟੇਟਸ ਹੋਊਗਾ। ਪਰ ਮੋਸਟਲੀ ਜਿਹੜੇ ਆਉਂਦੇ ਆ ਉਹ ਅਪਲਾਈ ਕਰਦੇ ਆ ਆਈਦਰ ਐਟ ਦ ਬੋਰਡਰ, ਜਿਸ ਤਰ੍ਹਾਂ ਏਰੋਪਲੇਨ 'ਤੇ ਆਉਂਦੇ ਆ, ਏਰੋਪਲੇਨ 'ਤੇ ਉੱਠ ਕੇ ਉਹ ਆ ਕੇ CBSE ਆਫਿਸਰ ਨੂੰ ਕਹਿਣਾ ਵੀ ਅਸੀਂ ਰੈਫਿਊਜੀ ਐਪਲੀਕੇਸ਼ਨ ਕਰਨੀ ਆ, ਅਸੀਂ ਅਸਾਈਲਮ ਮੰਗ ਰਹੇ ਹਾਂ, ਉਹ ਬੋਰਡਰ 'ਤੇ ਅਪਲਾਈ ਕਰ ਸਕਦੇ ਆ। ਔਰ ਜੇ ਤੁਸੀਂ ਆ ਗਏ ਕੈਨੇਡਾ ਦੇ ਵਿੱਚ, ਇਹ ਵੀ ਚੀਜ਼ ਹੋ ਸਕਦੀ ਆ, ਤੁਸੀਂ ਇੱਥੇ 6 ਮਹੀਨੇ ਆ, ਸਾਲ ਹੋ ਗਿਆ, 2 ਸਾਲ ਹੋ ਗਏ, ਫਿਰ ਤੁਹਾਡਾ ਕੋਈ ਹੈਪਨ ਹੁੰਦਾ ਜਿਹੜੇ ਬੇਸ 'ਤੇ ਤੁਸੀਂ ਰੈਫਿਊਜੀ ਐਪਲੀਕੇਸ਼ਨ ਲਾ ਸਕਦੇ ਹੋ। ਉਹਨੂੰ ਕਹਿੰਦੇ ਇਨਲੈਂਡ ਐਪਲੀਕੇਸ਼ਨ। ਜਿਹੜੇ ਬੋਰਡਰ 'ਤੇ ਹੁੰਦੇ ਉਹ ਤੁਸੀਂ ਬੋਰਡਰ 'ਤੇ ਐਪਲੀਕੇਸ਼ਨ ਕਰ ਸਕਦੇ ਹੋ। ਹਾਂਜੀ, ਇਹ 2 ਤਰੀਕੇ ਹੈਗੇ ਜਿਹੜੇ ਬੇਸ ਤੁਸੀਂ ਅਪਲਾਈ ਕਰ ਸਕਦੇ ਰੈਫਿਊਜੀ। ਕੁਲਦੀਪ ਜੀ, ਤੁਸੀਂ ਬਹੁਤ ਲੰਮੇ ਚਿਰ ਤੋਂ ਇਹ ਕੰਮ ਦੇ ਵਿੱਚ ਹੈਗੇ ਹੋ। ਕਿਸ ਤਰ੍ਹਾਂ ਦੇ ਲੋਕ ਤੁਹਾਡੇ ਕੋਲੇ ਆਉਂਦੇ ਨੇ ਜੀ? ਕਿੱਦਾਂ ਦਾ ਉਹਨਾਂ ਮੈਂਟਲ ਸਟ੍ਰੈਸ ਕਿਸ ਲੈਵਲ ਦਾ ਹੁੰਦਾ ਹੈ ਜਦੋਂ ਤੁਹਾਡੇ ਕੋਲੇ ਆਉਂਦੇ ਨੇ? ਬਹੁਤ ਹੀ ਮੈਂਟਲ ਸਟ੍ਰੈਸ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਕ ਕਲਾਇੰਟ ਇੰਨਾ ਮੈਂਟਲ ਸਟ੍ਰੈਸ ਸੀਗਾ, ਇੰਨਾ ਡਰ ਸੀ ਵੀ ਇੱਕ ਨੇ ਤੇ ਆਪਣੀ ਜਾਨ ਹੀ ਲੈ ਲਈ ਵੀ ਮੈਂ ਵਾਪਸ ਨਹੀਂ ਜਾਣਾ। ਇੱਕ ਯੰਗ ਲੇਡੀ ਆਈ, ਉਹਨੇ ਈਵਨ ਸੁਇਸਾਈਡ ਅਟੈਂਪਟ ਕੀਤੀ, ਉਹਨੂੰ ਇੰਨਾ ਡਰ ਸੀ ਮੈਂ ਵਾਪਸ ਨਹੀਂ ਜਾਣਾ। ਬਹੁਤ ਹੀ ਸਟ੍ਰੈਸ ਹੁੰਦੀ ਹੈ। ਜਿੰਨਾ ਚਿਰ ਤੁਹਾਡਾ ਐਪਲੀਕੇਸ਼ਨ ਐਕਸੈਪਟ ਨਹੀਂ ਹੁੰਦਾ, ਉਹਨਾਂ ਚਿਰ ਤੁਹਾਡੀ ਕੋਈ ਸਟੇਟਸ ਨਹੀਂ। ਤੁਹਾਡੇ ਚਲੋ ਤੁਸੀਂ ਕੰਮ ਤਾਂ ਕਰ ਸਕਦੇ ਆ, ਤੁਹਾਨੂੰ ਹੈਲਥ ਕੇਅਰ ਵੀ ਮਿਲ ਸਕਦਾ ਆ, ਸੋਸ਼ਲ ਅਸਿਸਟੈਂਸ ਵੀ ਮਿਲ ਸਕਦੀ ਆ, ਪਰ ਤੁਹਾਡਾ ਸਟੇਟਸ ਬਿਲਕੁਲ ਪੱਕਾ ਨਹੀਂ। ਕਈ ਵਾਰੀ ਸਟੇਟਸ ਤੁਹਾਡਾ ਪੱਕਾ ਵੀ ਹੋ ਜਾਵੇ, ਪਰਮਨੈਂਟ ਰੈਜ਼ੀਡੈਂਸ ਮਿਲ ਵੀ ਜਾਵੇ, ਉਹ ਫਿਰ ਵੀ ਤੁਹਾਡਾ ਉਹ ਸਟੇਟਸ ਵਿਡਰਾ ਕਰ ਸਕਦੇ ਆ ਇਨ ਕੇਸ ਇਮੀਗ੍ਰੇਸ਼ਨ ਆਫਿਸਰ ਨੇ ਲੱਭ ਲਿਆ ਵਿੱਚ ਸ਼ਾਇਦ ਤੁਸੀਂ ਕੋਈ ਝੂਠ ਬੋਲਿਆ ਜਾਂ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ। ਹੁਣ ਇੱਕ ਐਗਜ਼ਾਮਪਲ ਆ ਕੇਸ, ਇੱਕ ਇਰਾਨੀਅਨ ਲੇਡੀ ਦਾ ਕੇਸ, ਉਹਨੂੰ PR ਮਿਲ ਗਿਆ ਸੀ ਤੇ 3 ਸਾਲ ਬਾਅਦ PR ਮਿਲਣ ਤੋਂ ਇਮੀਗ੍ਰੇਸ਼ਨ ਆਫਿਸਰ ਨੇ ਜਦੋਂ PR ਐਪਲੀਕੇਸ਼ਨ ਤੇ ਅੱਗੇ ਪ੍ਰੋਸੈਸ ਹੋ ਰਹੀ ਸੀ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਇੱਕ ਵਾਰੀ ਡਿਵੋਰਸ ਹੋਇਆ ਸੀ ਤੇ ਇਹਨੇ ਆਪਣਾ ਨਾਂ ਚੇਂਜ ਕੀਤਾ ਸੀ, ਉਹਨੇ ਦੱਸਿਆ ਨਹੀਂ। ਉਸ ਬੇਸ ਤੇ ਮਿਨਿਸਟਰ ਸੋਚ ਰਿਹਾ ਵੀ ਇਹ ਮਿਸਰੈਪ੍ਰੈਜ਼ੈਂਟੇਸ਼ਨ ਕਰਕੇ ਅਸੀਂ ਤੇਰਾ ਸਟੇਟਸ ਵਿਡਰਾ ਕਰ ਲੈਣਾ। ਸੋ ਉਹ ਫਿਰ ਐਪਲੀਕੇਸ਼ਨ ਕਰਦੇ ਆ, ਜੱਜ ਦੇ ਸਾਹਮਣੇ ਪੇਸ਼ ਹੁੰਦਾ ਆ, ਫਿਰ ਉਹ ਜੱਜ ਡਿਸਾਈਡ ਕਰੂ ਵੀ ਇਹਦਾ ਸਟੇਟਸ ਵਿਡਰਾ ਕਰੀਏ ਜਾਂ ਨਹੀਂ। ਸੋ ਜਿੰਨਾ ਚਿਰ ਪੱਕਾ ਨਾ ਮਿਲੇ ਸਟੇਟਸ, ਪਰਮਨੈਂਟ ਰੈਜ਼ੀਡੈਂਸ ਪੱਕਾ ਨਹੀਂ, ਪਰਮਨੈਂਟ ਰੈਜ਼ੀਡੈਂਸ ਹੈਗਾ, ਪਰ ਕਈ ਆਪਣੇ ਲੋਕ ਇੱਦਾਂ ਸਮਝਦੇ ਚਲੋ ਮੈਂ PR ਬਣ ਕੇ ਮੈਂ ਪੱਕਾ ਹੋ ਗਿਆ। ਨਹੀਂ ਜੀ, ਤੁਸੀਂ ਪੱਕੇ ਨਹੀਂ ਹੋਏ, ਤੁਹਾਨੂੰ ਸਿਟੀਜ਼ਨਸ਼ਿਪ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਕਈ ਆਪਣੇ ਲੋਕ ਬਹੁਤ ਘੋਲ ਕਰਦੇ ਵੀ ਹਾਂ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਉਸ ਕਰਕੇ ਅਸੀਂ ਸਿਟੀਜ਼ਨਸ਼ਿਪ ਨਹੀਂ ਅਪਲਾਈ ਕਰਨਾ, ਜਾਂ ਸਾਨੂੰ ਇੰਡੀਆ ਜਾਂ ਹੋਰ ਮੁਲਕਾਂ 'ਚ ਫਾਇਦਾ ਆ।
ਪਰ ਜਿਨ੍ਹਾਂ 'ਚ ਤੁਹਾਡੇ ਪਾਸ ਸਿਟੀਜ਼ਨਸ਼ਿਪ ਨਹੀਂ ਹੈਗਾ, ਤੁਸੀਂ 100% ਪੱਕੇ ਨਹੀਂ ਹੋ। ਕਈ ਚੀਜ਼ ਇਹ ਹੈ ਵੀ ਕਈ ਵਾਰੀ ਤੁਹਾਡਾ ਸਿਟੀਜ਼ਨਸ਼ਿਪ ਵੀ ਮਿਲ ਗਿਆ, ਉਸ ਟਾਈਮ ਵੀ ਤੁਹਾਡਾ ਸਿਟੀਜ਼ਨਸ਼ਿਪ ਵਿਡਰਾਅ ਕਰ ਸਕਦੇ ਆ। ਰੇਅਰ ਸਿਚੁਏਸ਼ਨ ਹੈ ਪਰ ਹੋ ਸਕਦਾ। ਸੋ ਇਹ ਬਹੁਤ ਇੰਪੋਰਟੈਂਟ ਚੀਜ਼ ਆ ਵੀ ਤੁਸੀਂ ਪਰਮਨੈਂਟ ਰੈਜ਼ੀਡੈਂਸ ਲਓ, ਉਸ ਤੋਂ ਬਾਅਦ ਸਿਟੀਜ਼ਨਸ਼ਿਪ ਅਪਲਾਈ ਕਰੋ ਤੇ ਸਿਟੀਜ਼ਨਸ਼ਿਪ ਲਓ। ਪਰ ਰੈਫਿਊਜੀ ਐਪਲੀਕੇਸ਼ਨ ਜਿਹੜੇ ਹੈ, ਜਿੰਨਾ ਚਿਰ ਤੁਹਾਨੂੰ ਪ੍ਰੋਟੈਕਟਿਡ ਪਰਸਨ ਦਾ ਸਟੇਟਸ ਨਹੀਂ ਮਿਲਦਾ, ਉਹਨਾਂ ਚਿਰ ਤੁਸੀਂ ਬੇਸਿਕਲੀ ਰਿਮੂਵਲ ਆਰਡਰ ਤੁਹਾਡਾ ਬਣਿਆ ਹੈ, ਪਰ ਜਿੰਨਾ ਚਿਰ ਤੁਸੀਂ ਆਪਣਾ ਕੇਸ ਨਾ ਅਪਰੂਵ ਕਰੋ ਜਾਂ ਪਰਮਨੈਂਟ ਰੈਜ਼ੀਡੈਂਸ ਨਹੀਂ ਮਿਲਦਾ, ਤੁਸੀਂ ਹਲੇ ਕੱਚੇ ਹੀ ਆ। ਜੀ ਕੁਲਦੀਪ ਜੀ, ਕਿਸ ਤਰ੍ਹਾਂ ਦੇ ਸਟੈਪਸ ਇੱਕ ਸ਼ੁਰੂਆਤੀ ਦੌਰ ਦੇ ਵਿੱਚ ਬੰਦੇ ਨੂੰ ਲੈਣੇ ਚਾਹੀਦੇ ਨੇ? ਹਾਊ ਟੂ ਸਟਾਰਟ ਕਿ ਇੱਕ ਰੈਫਿਊਜੀ ਆ ਗਿਆ, ਉਹਨੇ ਅਸਾਈਲਮ ਕੇਸ ਅਪਲਾਈ ਕਰਨਾ ਆ, ਉਹਨੂੰ ਕਿਹਨਾਂ ਚੀਜ਼ਾਂ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਉਹ ਕੰਸਲਟੈਂਟਸ ਕੋਲੇ ਜਾਵੇ? ਪਹਿਲਾਂ ਤਾਂ ਤੁਹਾਨੂੰ ਬਹੁਤ ਇੰਪੋਰਟੈਂਟ ਹੈ ਉਹ ਕੰਸਲਟੈਂਟ ਤੁਸੀਂ ਪਿਕ ਕਰਨਾ ਜਿਹੜੇ ਕੰਸਲਟੈਂਟ ਕੋਲ ਐਕਸਪੀਰੀਅੰਸ ਹੈ। ਇਹ ਬਹੁਤ ਸਪੈਸ਼ਲਾਈਜ਼ਡ ਏਰੀਆ ਹੈ, ਕਿਉਂਕਿ ਇਹ ਨਹੀਂ ਵੀ ਅਸੀਂ ਸਿਰਫ ਇੱਕ ਫਾਰਮ ਭਰ ਕੇ ਭੇਜ ਦੇਣਾ। ਜਦੋਂ ਤੁਸੀਂ ਰੈਫਿਊਜੀ ਐਪਲੀਕੇਸ਼ਨ ਅਪਲਾਈ ਕਰੋ, ਇਹ ਤੇ ਬਹੁਤ ਡੂੰਘੇ ਲੈਵਲ ਆ, ਜਿਹੜੇ ਲੈਵਲ ਤੇ ਤੁਸੀਂ ਪ੍ਰੂਵ ਕਰਨਾ ਆਪਣਾ ਕੇਸ। ਫਿਰ ਤੁਹਾਨੂੰ ਲਾਅ ਪਤਾ ਹੋਣਾ ਚਾਹੀਦਾ ਵੀ ਕਿੱਦਾਂ ਲਾਅ ਅਪਲਾਈ ਕਰਦਾ ਤੁਹਾਡੇ ਕੇਸ ਤੇ ਤੁਹਾਡੇ ਸਿਮਿਲਰ ਕੇਸਿਸ ਤੇ। ਸੋ ਬਹੁਤ ਇੰਪੋਰਟੈਂਟ ਆ ਵੀ ਤੁਹਾਡੀ ਕਹਾਣੀ ਸਹੀ ਹੋਵੇ, ਤੁਹਾਡੇ ਕੋਲ ਐਵੀਡੈਂਸ ਸਬੂਤ ਹੋਣ ਤੇ ਤੁਹਾਡੀ ਤਿਆਰੀ ਚੰਗੀ ਤਰ੍ਹਾਂ ਹੋਵੇ, ਜਿਹੜੇ ਬੇਸ ਤੇ ਤੁਸੀਂ ਪਹਿਲਾਂ ਆਪਣਾ ਐਪਲੀਕੇਸ਼ਨ ਪਾਓ, ਫਿਰ ਹੀਅਰਿੰਗ ਦੀ ਤਿਆਰੀ ਕਰੋ। ਪਰ ਜ਼ਰੂਰੀ ਆ ਉਸ ਵਕੀਲ ਕੋਲ ਜਾਓ, ਉਸ ਕਾਉਂਸਲ ਕੋਲ ਜਾਓ ਜਿਹਦੇ ਕੋਲ ਐਕਸਪੀਰੀਅੰਸ ਹੈ ਇਸ ਕੇਸ ਕਿੱਦਾਂ ਕਰੀਦੇ। ਜੀ ਤੇ ਕੁਲਦੀਪ ਜੀ, ਪੰਜਾਬ ਦੇ ਵਿੱਚ ਤਾਂ ਇੱਕ ਹੋੜ ਲੱਗੀ ਹੋਈ ਹੈ ਕਿ ਜੀ ਇੱਕ ਪਾਰਟਿਕੂਲਰ ਪਾਰਟੀ ਦੀ ਚਿੱਠੀ ਚਾਹੀਦੀ ਹੁੰਦੀ ਆ ਕਿ ਜੀ ਮੈਂ ਉਹਨਾਂ ਲਈ ਕੰਮ ਕਰਦਾ ਰਿਹਾ, ਮੈਂ ਪੋਸਟਰ ਲਾਉਂਦਾ ਰਿਹਾ, ਮੈਂ ਲੰਗਰ ਲਾਉਂਦਾ ਰਿਹਾ ਤੇ ਮੇਰੇ ਮਗਰ ਪੁਲਿਸ ਪੈ ਗਈ, ਮੈਨੂੰ ਅੰਦਰ ਕਰਤਾ, ਮੇਰੇ ਤੇ ਪਰਚਾ ਕਰਤਾ। ਈਵਨ ਚੰਗੀਆਂ ਫੈਮਿਲੀਜ਼ ਦੇ ਬੱਚੇ ਮੈਂ ਦੇਖੇ ਨੇ ਜੀ, ਝੂਠੇ ਕੇਸਿਸ ਉਹਨਾਂ ਨੇ ਕਈ ਵਾਰੀ ਉਹਨਾਂ ਨੂੰ ਬਣਾਉਣੇ ਪੈਂਦੇ ਨੇ ਜਾਂ ਸੱਚਮੁੱਚ ਸ਼ਾਇਦ ਉਹਨਾਂ ਤੇ ਪੈਂਦੇ ਹੋਣ, ਤੇ ਉਹ ਲੋਕ ਕਈ ਮੁਲਕਾਂ ਰਾਹੀਂ, ਕਦੇ ਪਨਾਮਾ ਰਾਹੀਂ, ਪਤਾ ਨਹੀਂ ਵੀਅਤਨਾਮ ਰਾਹੀਂ, ਕਈ ਮੁਲਕਾਂ ਦੇ ਵਿੱਚੋਂ ਹੁੰਦੇ ਹੋਏ ਇੱਥੇ ਪਹੁੰਚਦੇ ਨੇ। ਬੜੀ ਤਸ਼ੱਦਦ ਦੇ ਵਿੱਚ ਉਹ ਜ਼ਿੰਦਗੀ ਜਿਉਂਦੇ ਨੇ। ਤੇ ਕੀ ਉਹ ਚਿੱਠੀਆਂ ਜ਼ਰੂਰੀ ਨੇ ਜੀ ਜਾਂ ਉਹ ਦੁਕਾਨਦਾਰੀ ਹੈ? ਹਾਂਜੀ, ਦੇਖੋ ਸਾਡੇ ਲੋਕ ਕਿੰਨੀਆਂ ਮੁਲਕਾਂ 'ਚ ਹੈ, ਕਈਆਂ ਮੁਲਕਾਂ 'ਚ ਉਹ ਕੋਈ ਸਿਟੀਜ਼ਨਸ਼ਿਪ ਨਹੀਂ, ਕੋਈ ਸਟੇਟਸ ਨਹੀਂ, ਉਹ ਵੇਟ ਕਰ ਰਹੇ ਵੀ ਕਿਹੜੇ ਤਰੀਕੇ ਦੇ ਨਾਲ ਅਸੀਂ ਹੋਰ ਮੁਲਕ ਜਾ ਚੁੱਕੇ, ਇੰਗਲੈਂਡ ਜਾਈਏ ਜਾਂ ਕੈਨੇਡਾ ਜਾਈਏ ਜਾਂ ਅਮਰੀਕਾ ਜਾਈਏ। ਇੱਕ ਚੀਜ਼ ਆ, ਰੈਫਿਊਜੀ ਕਲੇਮ ਜੇ ਤੁਸੀਂ ਕਰਨਾ, ਇਹ ਜ਼ਰੂਰੀ ਆ ਜੇ ਤੁਸੀਂ ਇੰਡੀਆ ਤੋਂ ਆਏ ਤੁਹਾਨੂੰ ਸਿੱਧਾ ਕੈਨੇਡਾ ਆਉਣਾ ਪੈਣਾ ਰੈਫਿਊਜੀ ਕਲੇਮ ਕਰਨ। ਜੇ ਤੁਸੀਂ ਲੈਟਸ ਸੇ ਇੰਗਲੈਂਡ ਤੋਂ, ਇੰਡੀਆ ਤੋਂ ਪਹਿਲਾਂ ਜਰਮਨੀ ਗਏ, ਫਿਰ ਤੁਸੀਂ ਇੰਗਲੈਂਡ ਗਏ, ਫਿਰ ਕੈਨੇਡਾ ਆਏ, ਫਿਰ ਕੈਨੇਡਾ ਆ ਕੇ ਤੁਸੀਂ ਕਿਹਾ ਮੈਂ ਰੈਫਿਊਜੀ ਕਲੇਮ ਫਾਈਲ ਕਰਨਾ, ਯੂਜਲੀ ਪਹਿਲੀ ਸਟੈਪ CBSA ਆਫਿਸਰ ਨੇ ਕਹਿਣਾ ਵੀ ਤੁਸੀਂ ਜਰਮਨੀ ਕਿਉਂ ਨਹੀਂ ਅਪਲਾਈ ਕੀਤਾ, ਇੰਗਲੈਂਡ ਕਿਉਂ ਨਹੀਂ ਅਪਲਾਈ ਕੀਤਾ, ਕਿਉਂਕਿ ਉਸ ਮੁਲਕਾਂ ਨੂੰ ਵੀ ਫਰਜ਼ ਬਣਦਾ ਉਹਨਾਂ ਦਾ ਵੀ ਤੁਹਾਡੀ ਰੈਫਿਊਜੀ ਐਪਲੀਕੇਸ਼ਨ ਲੈਣ, ਬਿਕੋਜ਼ ਇਹ ਇੰਟਰਨੈਸ਼ਨਲ ਅੰਡਰਸਟੈਂਡਿੰਗ ਹੈਗੀ ਆ। ਸੋ ਜੇ ਤੁਸੀਂ ਐਲੀਜੀਬਲ ਨਹੀਂ ਇਸ ਕੰਟਰੀ 'ਚ ਅਪਲਾਈ ਕਰਨ ਨੂੰ, ਫਿਰ ਉਹਨਾਂ ਨੇ ਕਹਿਣਾ ਤੁਸੀਂ ਐਲੀਜੀਬਲ ਨਹੀਂ ਰੈਫਿਊਜੀ ਕਲੇਮ ਫਾਈਲ ਕਰਨ ਨੂੰ। ਇਹਦਾ ਮਤਲਬ ਤੁਹਾਨੂੰ ਇੰਗਲੈਂਡ ਜਾਂ ਜਰਮਨੀ ਜਾ ਕੇ ਕਰਨਾ ਚਾਹੀਦਾ ਸੀ। ਪਰ ਫਿਰ ਵੀ ਐਕਸੈਪਸ਼ਨ ਹੈਗੇ ਆ, ਜਿਹੜੇ ਐਕਸੈਪਸ਼ਨ ਵਕੀਲ ਨੂੰ ਪਤਾ ਹੋਣਾ ਚਾਹੀਦਾ ਕੀ ਐਕਸੈਪਸ਼ਨ ਆ, ਉਸ ਬੇਸ ਤੇ ਤੁਸੀਂ ਫਿਰ ਅਪਲਾਈ ਕਰ ਸਕਦੇ। ਸੋ ਲੈਟਸ ਸੇ ਤੁਸੀਂ ਇੰਡੀਆ ਤੋਂ ਵੀਅਤਨਾਮ ਚਲ ਗਏ, ਵੀਅਤਨਾਮ ਤੋਂ ਆਏ ਇੱਥੇ ਕੈਨੇਡਾ ਰੈਫਿਊਜੀ ਕਲੇਮ ਫਾਈਲ ਕਰਨ ਵਾਸਤੇ, ਉਹਨਾਂ ਨੇ ਪਹਿਲਾਂ ਤੁਹਾਨੂੰ ਪੁੱਛਣਾ ਵੀ ਤੁਸੀਂ ਵੀਅਤਨਾਮ ਕਿਉਂ ਨਹੀਂ ਫਾਈਲ ਕੀਤਾ। ਸੋ ਤੁਹਾਡੀ ਜਿਹੜੀ ਐਕਚੁਅਲ ਖਤਰਾ ਆ, ਐਕਚੁਅਲ ਕਹਾਣੀ ਆ, ਉਹ ਇੰਪੋਰਟੈਂਟ ਵੀ ਸਹੀ ਹੋਵੇ, ਠੀਕ ਹੋਵੇ। ਪਰ ਜੇ ਤੁਹਾਡੇ ਕੋਈ ਫੈਮਿਲੀ ਜਾਂ ਰਿਸ਼ਤੇਦਾਰ ਹੈ ਕੈਨੇਡਾ, ਉਹਦੇ ਨਾਲ ਸੌਖਾ ਹੋ ਜਾਂਦਾ ਰੈਫਿਊਜੀ ਕਲੇਮ ਫਾਈਲ ਕਰਨ ਨੂੰ। ਜੀ ਤੇ ਪਹਿਲਾ ਸਟੈਪ ਕੁਲਦੀਪ ਜੀ ਕੀ ਹੋਏਗਾ ਜਦੋਂ ਇੱਕ ਸ਼ਖਸ ਇੱਥੇ ਪਹੁੰਚ ਗਿਆ, ਉਹ ਕਹਿੰਦਾ ਹੈ ਕਿ ਮੈਂ ਰੈਫਿਊਜੀ ਹਾਂ, ਮੈਨੂੰ ਹੈਲਪ ਚਾਹੀਦੀ ਹੈ, ਮੈਨੂੰ ਅਸਾਈਲਮ ਚਾਹੀਦੀ ਹੈ, ਉਸ ਤੋਂ ਬਾਅਦ ਉਹਨੂੰ ਕੀ ਰਾਈਟਸ ਇੱਕਦਮ ਉਹਨੂੰ ਮਿਲ ਜਾਂਦੇ ਨੇ ਜਦੋਂ ਉਹ ਐਪਲੀਕੇਸ਼ਨ ਪਾਉਂਦਾ ਆ, ਤੇ ਉਹਨਾਂ ਨੂੰ ਕਿਸ ਤਰ੍ਹਾਂ ਯੂਟਿਲਾਈਜ਼ ਕਰੇ? ਕਿ ਉਹਨੂੰ ਦੂਜੀ ਗੱਲ ਕਿ PR ਲਈ ਉਹਨੂੰ ਕਿੰਨਾ ਸਮਾਂ ਵੇਟ ਕਰਨਾ ਪੈਂਦਾ ਹੈ?
हाँ जी, सो चलो लेट्स से ਤੁਹਾਡੀ ਐਪਲੀਕੇਸ਼ਨ ਬੇਸਿਸ ਆਫ ਕਲੇਮ ਫਾਰਮ ਹੁੰਦਾ, ਭਰ ਕੇ ਆਪਣੀ ਕਹਾਣੀ ਦੇ ਦਿੱਤੀ, ਕੀ ਖਤਰਾ, ਕਿਉਂ ਖਤਰਾ, ਕੀ ਹੋਊਗਾ ਤੁਹਾਨੂੰ, ਤੁਹਾਡੀ ਫੈਮਿਲੀ ਕੀ ਆ, ਲੈਂਗੁਏਜ ਕੀ ਬੋਲਦੇ ਆ। ਇੱਕ ਵਾਰੀ ਤੁਹਾਨੂੰ CBSE ਆਫਿਸਰ ਨੇ ਐਪਲੀਕੇਸ਼ਨ ਲੈ ਕੇ ਉਹਨੇ ਪਹਿਲਾਂ ਦੇਖਣਾ ਵੀ ਤੁਸੀਂ ਐਲੀਜੀਬਲ ਹੈ ਰੈਫਿਊਜੀ ਕਲੇਮ ਫਾਈਲ ਕਰਨ ਵਾਸਤੇ। ਜੇ ਉਹਨੇ ਕਹਤਾ ਤੁਹਾਡੀ ਐਲੀਜੀਬਿਲਿਟੀ ਹੈ, ਉਸ ਨੈਕਸਟ ਸਟੈਪ ਹੈਗਾ ਵੀ ਚਲੋ ਹੁਣ ਤੁਹਾਡਾ ਕੇਸ ਅਸੀਂ ਰੈਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਨੂੰ ਭੇਜ ਦੇਣਾ। ਫॉर ਰੈਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਉੱਥੇ ਉਹਨਾਂ ਨੂੰ ਕਹਿੰਦੇ ਮੈਂਬਰਸ ਜਿਹੜੇ ਅਪਾਇੰਟਡ ਹੁੰਦੇ, ਪੋਲੀਟੀਕਲ ਅਪਾਇੰਟੀਜ਼ ਹੁੰਦੇ, ਜਿੱਦਾਂ ਜੱਜ ਹੁੰਦੇ ਇਮੀਗ੍ਰੇਸ਼ਨ, ਉਹਨਾਂ ਨੇ ਤੁਹਾਡਾ ਕੇਸ ਦੇਖਣਾ ਵੀ ਹਾਂ ਇਹ ਕੇਸ ਸਾਰਾ ਕ੍ਰਾਈਟੇਰੀਆ ਇਹ ਮਿਲਦਾ ਕਿ ਨਹੀਂ। ਜੇ ਕ੍ਰਾਈਟੇਰੀਆ ਮਿਲਦਾ, ਸਬੂਤ ਹੈ, ਸਭ ਕੁਝ ਉਹਨਾਂ ਨੂੰ ਚਾਹੀਦਾ ਹੈ ਡਿਸੀਜਨ ਬਣਾਉਣ ਵਾਸਤੇ, ਉਹਨਾਂ ਨੇ ਹੋ ਵੀ ਸਕਦਾ ਵੀ ਪੇਪਰ ਬੇਸ ਤੇ ਕਹਿ ਸਕਦੇ ਹਾਂ ਠੀਕ ਆ ਇਹ ਸਟਰੋਂਗ ਕੇਸ ਆ ਤੇ ਅਸੀਂ ਇਹਨਾਂ ਨੂੰ ਪ੍ਰੋਟੈਕਟਿਡ ਪਰਸਨ ਸਟੇਟਸ ਦੇ ਦੇਣਾ। ਪਰ ਕਈ ਵਾਰੀ ਉਹ ਮੈਂਬਰ ਜਿਹੜੇ ਜੱਜ ਆ, ਇਮੀਗ੍ਰੇਸ਼ਨ ਜੱਜ, ਉਹਨਾਂ ਨੇ ਕਹਿਣਾ ਅਸੀਂ ਹੀਅਰਿੰਗ ਹੋਲਡ ਕਰਨੀ ਆ। ਹੀਅਰਿੰਗ ਤੇ ਇਹ ਹੁੰਦਾ ਵੀ ਉਹ ਮੈਂਬਰ ਨੇ ਤੁਹਾਨੂੰ ਸਵਾਲ ਜਵਾਬ ਕਰਨੇ ਆ, ਤੁਹਾਡੀ ਕਹਾਣੀ ਬਾਰੇ ਪੁੱਛਣਾ, ਟੈਸਟ ਕਰਨਾ ਤੁਹਾਨੂੰ ਵੀ ਤੁਹਾਡੀ ਕਹਾਣੀ ਕ੍ਰੈਡੀਬਲ ਆ, ਸਹੀ ਆ, ਤੁਸੀਂ ਸੱਚ ਬੋਲਦੇ ਆ। ਜੇ ਕ੍ਰੈਡੀਬਲ ਆ ਤੁਹਾਡੀ ਕਹਾਣੀ, ਫਿਰ ਉਹ ਕਹਿ ਸਕਦਾ ਠੀਕ ਆ ਤੁਹਾਨੂੰ ਪ੍ਰੋਟੈਕਟਿਡ ਸਟੇਟਸ ਦੇ ਸਕਦੇ ਹੋ। ਕਈ ਵਾਰੀ ਇਹ ਵੀ ਹੋ ਸਕਦਾ ਕਹਿੰਦੇ ਵੀ ਹਾਂ ਤੁਹਾਡੀ ਕਹਾਣੀ ਬਿਲਕੁਲ ਸਹੀ ਆ, ਤੁਹਾਨੂੰ ਉੱਥੇ ਖਤਰਾ ਸੀ, ਤੁਹਾਨੂੰ ਉੱਥੇ ਆਹ ਸਿਚੁਏਸ਼ਨ ਸੀ, ਜਾਂ ਮਾਰ ਕੁਟਾਈ ਹੋਈ, ਜਾਂ ਪੋਲੀਟੀਕਲ ਰੀਜ਼ਨ ਕਰਕੇ ਹੋਈ, ਜਾਂ ਤੁਹਾਡੇ ਧਰਮ ਕਰਕੇ ਹੋਈ। ਉਹ ਇਹ ਵੀ ਕਹਿ ਸਕਦੇ ਆ ਠੀਕ ਆ ਕਹਾਣੀ ਸਹੀ ਆ, ਅਸੀਂ ਮੰਨਦੇ ਆ, ਪਰ ਤੁਸੀਂ ਲੈਟਸ ਸੇ ਪੰਜਾਬ ਤੋਂ ਆ, ਜਾਂ ਤੁਸੀਂ ਕੋਈ ਉੱਤਰ ਪ੍ਰਦੇਸ਼ ਤੋਂ ਆ, ਤੁਸੀਂ ਦਿੱਲੀ ਜਾ ਕੇ ਰਹਿ ਸਕਦੇ ਆ, ਉੱਥੇ ਤੁਸੀਂ ਸੇਫ, ਜਾਂ ਤੁਸੀਂ ਹੋਰ ਕਿਤੇ ਸਟੇਟ ਤੇ ਜਾ ਕੇ ਰਹਿ ਸਕਦੇ ਆ, ਤੁਸੀਂ ਉੱਥੇ ਸੇਫ ਹੈਗੇ ਹੋ। ਇਹ ਬਹੁਤ ਇੰਪੋਰਟੈਂਟ ਆ ਜਦੋਂ ਤੁਸੀਂ ਆਪਣਾ ਐਪਲੀਕੇਸ਼ਨ ਫਾਈਲ ਕਰੋ ਵੀ ਆਹ ਸਾਰੇ ਜਿਹੜੇ ਸਿਚੁਏਸ਼ਨ ਆ, ਟੈਸਟ ਜਿਹੜੇ ਉਹ ਅਪਲਾਈ ਕਰਦੇ, ਤੁਸੀਂ ਪਹਿਲਾਂ ਹੀ ਸੋਚਣਾ ਵੀ ਆਹ ਸਾਡਾ ਟੈਸਟ ਹੁੰਦਾ ਕਿ ਨਹੀਂ, ਅਪਲਾਈ ਹੁੰਦਾ ਕਿ ਨਹੀਂ, ਐਕਸੈਪਸ਼ਨ ਹੈ ਜਾਂ ਨਹੀਂ, ਪਹਿਲਾਂ ਸੋਚ ਕੇ ਤੁਸੀਂ ਫਿਰ ਕੇਸ ਫਾਈਲ ਕਰਨਾ। ਫੋਰ ਐਗਜ਼ਾਮਪਲ ਜੇ ਉਹ ਕਹਿ ਦੇਣ ਵੀ ਤੁਸੀਂ ਪੰਜਾਬ ਤੋਂ ਆਏ ਆ, ਦਿੱਲੀ ਸੇਫ, ਤੁਹਾਨੂੰ ਫਿਰ ਸ਼ੋਅ ਕਰਨਾ ਪੈਂਦਾ ਵੀ ਤੁਸੀਂ ਦਿੱਲੀ ਵੀ ਨਹੀਂ ਸੇਫ। ਸਮਝਾਈ ਨਾ? ਫਿਰ ਤੁਹਾਨੂੰ ਕਈ ਵਾਰੀ ਤੁਹਾਨੂੰ ਹੋਰ ਵਿਟਨੈਸ ਕਾਲ ਕਰਨੇ ਪੈਂਦੇ ਆ, ਜਾਂ ਤੁਹਾਨੂੰ ਹੋਰ ਰਿਸਰਚ ਸ਼ੋਅ ਕਰਨੀ ਪੈਂਦੀ ਆ ਵੀ ਮੈਂ ਦਿੱਲੀ ਵੀ ਨਹੀਂ ਸੇਫ ਹੋਣਾ। ਸੋ ਟਾਈਮ ਲੱਗਦਾ, 6 ਮਹੀਨੇ ਲੱਗ ਸਕਦੇ ਆ, ਜ਼ਿਆਦਾ ਵੀ ਟਾਈਮ ਲੱਗ ਸਕਦਾ। ਐਂਡ ਲੈਟਸ ਸੇ ਜੇ ਤੁਸੀਂ ਉਸ ਸਟੇਜ ਤੇ ਹਾਰ ਗਏ, ਉਹ ਮੈਂਬਰ ਕਹਿੰਦਾ ਨਹੀਂ ਮੈਂ ਇਹ ਕਲੇਮ ਨਹੀਂ ਐਕਸੈਪਟ ਕਰਨੀ, ਤੁਸੀਂ ਪ੍ਰੋਟੈਕਟਿਡ ਪਰਸਨ ਨਹੀਂ, ਫਿਰ ਤੁਸੀਂ ਉਸ ਤੋਂ ਬਾਅਦ ਰੈਫਿਊਜੀ ਅਪੀਲ ਡਿਵੀਜ਼ਨ ਨੂੰ ਅਪੀਲ ਵੀ ਕਰ ਸਕਦੇ ਹੋ। ਜੇ ਲੈਟਸ ਸੇ ਉੱਥੇ ਵੀ ਹਾਰ ਗਏ, ਫਿਰ ਤੁਸੀਂ ਫੈਡਰਲ ਕੋਰਟ ਨੂੰ ਤੁਹਾਨੂੰ ਲੀਵ ਲੈਣੀ ਪੈਂਦੀ ਆ, ਫਿਰ ਫੈਡਰਲ ਕੋਰਟ ਵੀ ਜਾ ਸਕਦੇ ਆ, ਪਰ ਉੱਥੇ ਵੀ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਆਲਰੇਡੀ ਤੁਸੀਂ 2 ਟ੍ਰਾਈਬਿਊਨਲ ਦੇ ਸਾਹਮਣੇ ਹੀਅਰਿੰਗ ਤੁਹਾਡੀ ਹੋ ਚੁੱਕੀ ਆ। ਹੁਣ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਵੀ ਜਿਹੜੀ ਜੱਜ ਨੇ ਫੈਸਲਾ ਕੀਤਾ ਵੀ ਉਹਨੇ ਕਾਨੂੰਨ ਲਾਅ ਗਲਤ ਅਪਲਾਈ ਕੀਤਾ ਸਾਡੇ ਫੈਕਟ ਨੂੰ, ਤੇ ਉਸ ਬੇਸ ਤੇ ਸਾਨੂੰ ਅਪੀਲ ਜਿੱਤਣੀ ਚਾਹੀਦੀ ਆ, ਜਾਂ ਸਾਨੂੰ ਇੱਕ ਹੋਰ ਚਾਂਸ ਮਿਲਣਾ ਚਾਹੀਦਾ ਨਵੀਂ ਹੀਅਰਿੰਗ ਵਾਸਤੇ। ਸੋ ਉਹ ਟਾਈਮ ਲੱਗਦਾ ਜੀ। ਤੇ ਉਹਨਾਂ ਨੂੰ ਆਉਂਦਿਆਂ ਸਾਰ ਰਾਈਟਸ ਕੀ ਮਿਲ ਸਕਦੇ ਨੇ ਜੀ? ਕੀ ਉਹ ਕੰਮ ਕਰ ਸਕਦੇ ਨੇ? ਸਪੋਜ਼ ਅਪੀਲਸ ਅੱਗੇ ਚਲੀਆਂ ਜਾਂਦੀਆਂ ਨੇ, ਫਸਟ ਹੀਅਰਿੰਗ ਤੇ ਨਹੀਂ ਹੁੰਦਾ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਰਾਈਟਸ ਮਿਲ ਸਕਦੇ ਨੇ ਜੀ ਕੰਮ ਕਰਨ ਦੇ, ਜਾਂ ਨਹੀਂ ਕਰ ਸਕਦੇ? ਜਦੋਂ ਤੁਹਾਨੂੰ CBSE ਆਫਿਸਰ ਨੇ ਕਹਿ ਦਿੱਤਾ ਪਹਿਲੇ ਸਟੈਪ ਤੇ ਵੀ ਤੁਹਾਡੀ ਅਸੀਂ ਰੈਫਿਊਜੀ ਕਲੇਮ ਕਹਿੰਦੇ ਐਲੀਜੀਬਲ ਹੈਗੀ, ਇਹਦਾ ਮਤਲਬ ਤੁਹਾਡੀ ਸੁਣਾਈ ਹੋਊਗੀ, ਕੇਸ ਤੁਸੀਂ ਆਪਣਾ ਪੇਸ਼ ਕਰ ਸਕਦੇ ਆ ਵੀ ਕਿਉਂ ਤੁਹਾਨੂੰ ਪ੍ਰੋਟੈਕਟਿਡ ਪਰਸਨ ਸਟੇਟਸ ਮਿਲੇ, ਕਿਉਂ ਤੁਹਾਨੂੰ ਖਤਰਾ। ਜੇ ਉਹ ਕਹਿ ਦੇਣ ਤੁਸੀਂ ਐਲੀਜੀਬਲ ਹੈ, ਇਸ ਸਟੇਜ ਤੇ ਫਿਰ ਤੁਹਾਨੂੰ ਚਾਂਸ ਮਿਲਦਾ ਹੈ ਵਰਕ ਪਰਮਿਟ ਅਪਲਾਈ ਕਰਨ ਨੂੰ, ਤੁਸੀਂ ਫਿਰ ਕੰਮ ਕਰ ਸਕਦੇ ਹੋ। ਤੁਸੀਂ ਆਪਣੇ ਮੈਡੀਕਲ ਤੁਹਾਨੂੰ ਮਿਲੂਗਾ MSP, ਤੇ ਜੇ ਤੁਸੀਂ ਪੜ੍ਹਾਈ ਕਰਨੀ ਪੜ੍ਹਾਈ ਕਰ ਸਕਦੇ ਹੋ। ਸੋ ਬੇਸਿਕਲੀ ਤੁਹਾਨੂੰ ਉਹ ਰਾਈਟ ਮਿਲ ਸਕਦੇ ਆ ਜਿੰਨਾ ਚਿਰ ਤੁਹਾਡੀ ਕੇਸ ਦੀ ਡਿਸੀਜਨ ਨਹੀਂ ਆਉਂਦੀ। ਸੋ ਜਦੋਂ ਤੁਹਾਡੀ ਡਿਸੀਜਨ ਹੋ ਗਈ ਵੀ ਪ੍ਰੋਟੈਕਟਿਡ ਪਰਸਨ ਆ, ਠੀਕ ਆ, ਉਸ ਤੋਂ ਬਾਅਦ ਤੁਸੀਂ ਪਰਮਨੈਂਟ ਰੈਜ਼ੀਡੈਂਸ ਅਪਲਾਈ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਫਿਰ ਤੁਹਾਨੂੰ ਵਰਕ ਪਰਮਿਟ ਮਿਲੂਗੀ। ਜਦੋਂ ਤੁਹਾਨੂੰ ਪਰਮਨੈਂਟ ਰੈਜ਼ੀਡੈਂਸ ਮਿਲ ਗਿਆ, ਫਿਰ ਤਾਂ ਤੁਸੀਂ ਓਪਨ ਵਰਕ ਪਰਮਿਟ ਮਿਲ ਜਾਣੀ, ਤੁਸੀਂ ਜੋ ਵੀ ਕੰਮ ਕਰਨਾ ਕਰ ਸਕਦੇ। ਪਰ ਜਿੰਨਾ ਚਿਰ ਤੁਹਾਡੇ ਸੁਣਾਈ ਨਹੀਂ ਹੁੰਦੀ, ਤੁਸੀਂ ਕੰਮ ਕਰ ਸਕਦੇ ਜੀ।
ਤੇ ਕੁਲਦੀਪ ਜੀ, ਰਿਫਿਊਜੀਜ਼ ਬਾਕੀ ਇਮੀਗ੍ਰੈਂਟਸ ਤੋਂ ਕੁਝ ਡਿਫਰੈਂਟ ਹੁੰਦੇ ਨੇ ਰਾਈਟਸ ਦੇ ਮਾਮਲੇ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਮਾਮਲੇ ਦੇ ਵਿੱਚ? ਹਾਂਜੀ। ਸੋ ਜਿਹੜੇ ਰਿਫਿਊਜੀ ਆ ਉਹ ਵਿਚਾਰਿਆਂ ਨੂੰ ਕੋਈ ਚੋਇਸ ਨਹੀਂ ਹੁੰਦੀ, ਉਹਨਾਂ ਨੂੰ ਖਤਰਾ ਆ। ਕੋਈ ਗਵਰਨਮੈਂਟ ਤੋਂ ਖਤਰਾ ਹੁੰਦਾ, ਕੋਈ ਹੋਰ ਇਨਸਾਨ ਤੋਂ ਖਤਰਾ, ਕੋਈ ਗੈਂਗਸਟਰ ਤੋਂ ਖਤਰਾ, ਕੋਈ ਫੈਮਿਲੀ ਮੈਂਬਰ ਤੋਂ ਖਤਰਾ। ਉਹ ਖਤਰੇ ਕਰਕੇ ਆਪਣੀ ਜਾਨ ਬਚਾਉਣ ਵਾਸਤੇ ਰੈਫਿਊਜੀ ਫਾਈਲ ਕਰਦੇ ਵੀ ਮੈਨੂੰ ਬਚਾਓ, ਮੈਨੂੰ ਪ੍ਰੋਟੈਕਸ਼ਨ ਕਰੋ। ਪਰ ਜਿਹੜੇ ਇਮੀਗ੍ਰੈਂਟ ਆ ਉਹ ਇਮੀਗ੍ਰੈਂਟ ਆਪਣੇ ਚੋਇਸ ਨਾਲ ਆਉਂਦੇ ਆ ਵੀ ਕਹਿੰਦੇ ਚਲੋ ਮੈਂ ਇਸ ਮੁਲਕ 'ਚ ਆ, ਮੈਂ ਦੂਜੇ ਮੁਲਕ 'ਚ ਜਾ ਕੇ ਰਹਿਣਾ। ਫਿਰ ਐਜ਼ ਐਨ ਇਮੀਗ੍ਰੈਂਟ ਉਹਨਾਂ ਨੂੰ ਅਪਲਾਈ ਕਰਨਾ ਪੈਂਦਾ ਬੇਸਡ ਔਨ ਜਿਹੜੇ ਉਸ ਕੰਟਰੀ ਦੇ ਕਾਨੂੰਨ ਆ, ਜਿਹੜੇ ਸਟੈਪਸ ਲੈਣੇ ਪੈਂਦੇ ਆ, ਕੁਆਲੀਫਾਈ ਕਰਨਾ ਪੈਂਦਾ ਵੀ ਹਾਂ ਮੈਂ ਇਮੀਗ੍ਰੈਂਟ ਇੱਥੇ ਬਣ ਸਕਦਾ। ਇਹ ਹੋ ਸਕਦਾ ਤੁਸੀਂ ਬਿਜ਼ਨਸ ਤੌਰ ਤੇ ਆਓ, ਜਾਂ ਤੁਸੀਂ ਫੈਮਿਲੀ ਸਪਾਂਸਰਸ਼ਿਪ ਤੇ ਆਓ, ਜਾਂ ਤੁਸੀਂ ਕੋਈ ਇਕਨੋਮਿਕ ਰੀਜ਼ਨ, ਫੋਰ ਐਗਜ਼ਾਮਪਲ ਤੁਹਾਨੂੰ ਵਰਕ ਪਰਮਿਟ ਮਿਲੀ ਆ LMI ਬੇਸ ਤੇ ਵੀ ਤੁਹਾਡੀ ਲੋੜ ਆ ਇੱਥੇ ਐਜ਼ ਅ ਫੋਰਨ ਵਰਕਰ, ਉਸ ਤੋਂ ਬਾਅਦ ਤੁਹਾਨੂੰ ਸਪਾਂਸਰਸ਼ਿਪ ਮਿਲ ਸਕਦਾ ਜਿਹੜੇ ਬੇਸ ਤੇ ਤੁਸੀਂ ਆਪਣਾ ਪਰਮਨੈਂਟ ਰੈਜ਼ੀਡੈਂਸ ਅਪਲਾਈ ਕਰ ਸਕਦੇ। ਸੋ ਜਿਹੜੇ ਰੈਗੂਲਰ ਇਮੀਗ੍ਰੈਂਟ ਆ ਉਹਨਾਂ ਦਾ ਚੋਇਸ ਹੁੰਦਾ ਵੀ ਮੈਂ ਇੱਥੇ ਇਮੀਗ੍ਰੈਂਟ ਬਣਨਾ ਜਾਂ ਮੈਂ ਕੈਨੇਡੀਅਨ ਬਣਨਾ। ਸੋ ਰੈਫਿਊਜੀ ਜਿਹੜੇ ਆ ਉਹਨਾਂ ਦਾ ਚੋਇਸ ਨਹੀਂ ਹੁੰਦਾ, ਉਹ ਆਪਣੀ ਜਾਨ ਬਚਾਉਣ ਵਾਸਤੇ ਅਪਲਾਈ ਕਰਦੇ ਰੈਫਿਊਜੀ। ਜੀ। ਤੇ ਕੁਲਦੀਪ ਚੱਕਰ ਜੀ, ਇੱਕ ਹੋਰ ਸਵਾਲ ਹੈ ਕਿ ਰਿਫਿਊਜੀ ਅਸਾਈਲਮ ਲਈ ਅਸੀਂ ਅਪਲਾਈ ਕਰ ਦਿੰਦੇ ਆ ਅਕਸਰ, ਤੇ ਅਸਾਈਲਮ ਤੋਂ ਬਾਅਦ ਸਾਡਾ ਦਿਲ ਕਰਦਾ ਹੈ ਕਿ ਅਸੀਂ ਆਪਣੇ ਕੰਟਰੀ 'ਚ ਆਈਏ। ਉਹਦੇ 'ਚ ਕਿਸ ਤਰ੍ਹਾਂ ਉਸ ਚੀਜ਼ ਨੂੰ ਦੇਖਦੀ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ? ਹਾਂਜੀ। ਸੋ ਇਹ ਪਿੱਛੇ ਲੋਕ ਬਹੁਤ ਕਰਦੇ ਸੀ, ਰੈਫਿਊਜੀ ਅਪਲਾਈ ਕਰਕੇ ਇੱਕ ਵਾਰੀ ਪਰਮਨੈਂਟ ਰੈਜ਼ੀਡੈਂਸ ਮਿਲ ਗਿਆ ਉਹ ਵਾਪਸ ਚਲੇ ਜਾਂਦੇ ਸੀ ਆਪਣੀ ਕੰਟਰੀ। ਸੋ ਸਟੀਵਨ ਹਾਰਪਰ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਨੇ ਕਿਹਾ ਵੀ ਇਹ ਤਾਂ ਦੇਖੋ ਇਹ ਤਾਂ ਅਬਿਊਜ਼ ਆ ਪ੍ਰੋਸੈਸ ਦੀ, ਪਹਿਲਾਂ ਤੁਸੀਂ ਕਹਿੰਦੇ ਮੈਨੂੰ ਖਤਰਾ, ਫਿਰ ਤੁਸੀਂ ਵਾਪਸ ਉੱਥੇ ਚਲੇ ਜਾਂਦੇ ਆ। ਸੋ ਇਹ ਵੀ ਹੋ ਸਕਦਾ ਜੇ ਤੁਹਾਨੂੰ ਪਰਮਨੈਂਟ ਰੈਜ਼ੀਡੈਂਸ ਮਿਲ ਗਿਆ, ਰੈਫਿਊਜੀ ਅਪਲਾਈ ਕੀਤਾ ਵੀ ਮੈਨੂੰ ਇਹ ਮੁਲਕ ਤੋਂ ਡਰ ਆ, ਐਂਡ ਜਦੋਂ ਤੁਹਾਨੂੰ PR ਮਿਲ ਗਿਆ ਤੁਸੀਂ ਵਾਪਸ ਉੱਥੇ ਚਲੇ ਗਏ। ਇਹ ਵੀ ਹੋ ਸਕਦਾ ਜਿਹੜਾ ਮਿਨਿਸਟਰ ਆ ਉਸ ਤੋਂ ਬਾਅਦ ਕਹਿ ਸਕਦਾ ਹੈ ਵੀ ਨਹੀਂ ਇਹ ਗੱਲ ਠੀਕ ਨਹੀਂ ਹੋ ਤੇ ਮੈਂ ਇਹਨਾਂ ਦਾ ਸਟੇਟਸ ਅਪਲਾਈ ਕਰਨਾ ਵਿਡਰਾਅ ਕਰਨ ਵਾਸਤੇ ਵੀ ਇਹਨੂੰ ਰੀਅਲ ਖਤਰਾ ਹੈ ਨਹੀਂ। ਸੋ ਕਈ ਖਤਰੇ ਜਿਹੜੇ ਆ ਉਹ ਅਸੀਂ ਖਤਰੇ ਦੇ ਜਿਹੜੇ ਬੇਸ ਤੇ ਹੁੰਦਾ ਖਤਰਾ ਉਹ ਚੇਂਜ ਹੋ ਜਾਂਦਾ। ਲੈਟਸ ਸੇ ਕੋਈ ਖਤਰਾ ਸੀ ਕੋਈ ਗੈਂਗਸਟਰ ਕੋਲੋਂ, ਜੇ ਉਹ ਗੈਂਗਸਟਰ ਹੈ ਨਹੀਂ ਖਤਰਾ ਚਲ ਗਿਆ। ਕੋਈ ਗਵਰਨਮੈਂਟ ਤੋਂ ਖਤਰਾ ਸੀ, ਜੇ ਉਹ ਗਵਰਨਮੈਂਟ ਬਦਲ ਗਈ ਇਹਦਾ ਮਤਲਬ ਤੁਹਾਡਾ ਖਤਰਾ ਚਲ ਗਿਆ। ਇਹ ਨਹੀਂ ਵੀ ਤੁਹਾਡਾ ਪਰਮਨੈਂਟ ਰੈਜ਼ੀਡੈਂਸ ਉਹਨਾਂ ਨੇ ਲੈ ਲੈਣਾ ਵਾਪਸ ਇੱਕ ਵਾਰੀ ਮਿਲ ਗਿਆ, ਪਰ ਜੇ ਤੁਹਾਡੀ ਗਵਰਨਮੈਂਟ ਚਲ ਗਈ ਜਿਹੜੇ ਬੇਸ ਤੇ ਖਤਰਾ ਸੀ ਉਹ ਚਲੇ ਜਾਵੇ ਫਿਰ ਤੁਸੀਂ ਵਾਪਸ ਜਾ ਸਕਦੇ ਹੋ। ਜੀ। ਤੇ ਇਸ ਦੇ ਨਾਲ ਹੀ ਜਿਹੜੇ ਰਿਫਿਊਜੀ ਇੱਥੇ ਆਉਂਦੇ ਨੇ ਜੀ ਅਸਾਈਲਮ ਅਪਲਾਈ ਕਰ ਦਿੰਦੇ ਨੇ, ਕੀ ਉਹ ਆਪਣੇ ਪੇਰੈਂਟਸ ਨੂੰ ਕਾਲ ਕਰ ਸਕਦੇ ਆ ਉਸ ਦੌਰਾਨ? ਸੋ ਲੈਟਸ ਸੇ ਬੜੇ ਆਮ ਲੋਕਾਂ ਦੇ ਕੁਐਸਚਨਸ ਨੇ ਜੀ ਇਹ ਜਿਹੜੇ ਤੁਹਾਡੇ ਤੱਕ ਆ ਰਹੇ ਨੇ। ਹਾਂਜੀ। ਫੋਰ ਐਗਜ਼ਾਮਪਲ ਕਈ ਇੱਕ ਕਲਾਇੰਟ ਜਿਹੜੀ ਆਪਣੇ ਮਦਰ ਨੇ ਆ ਕੇ ਇੱਥੇ ਰੈਫਿਊਜੀ ਕਲੇਮ ਫਾਈਲ ਕੀਤੀ ਬਿਕੋਜ਼ ਉਹਨੂੰ ਖਤਰਾ ਸੀ, ਲੈਟਸ ਸੇ ਕੋਈ ਆਪਣੇ ਹਸਬੈਂਡ ਤੋਂ ਜਾਂ ਕੋਈ ਫੈਮਿਲੀ ਤੋਂ ਜਾਂ ਕੋਈ ਕਮਿਊਨਿਟੀ ਦਾ ਖਤਰਾ, ਉਸ ਬੇਸ ਤੇ ਉਹਨੇ ਰੈਫਿਊਜੀ ਕਲੇਮ ਫਾਈਲ ਕੀਤੀ ਤੇ ਉਹਨੂੰ ਪਰਮਨੈਂਟ ਰੈਜ਼ੀਡੈਂਸ ਮਿਲ ਗਿਆ, ਉਹਨੂੰ ਪ੍ਰੋਟੈਕਟਿਡ ਪਰਸਨ ਸਟੇਟਸ ਮਿਲ ਗਿਆ। ਉਸ ਲੇਡੀ ਦਾ ਇੱਕ ਬੱਚਾ ਆਇਆ ਪਿੱਛੇ ਇੰਡੀਆ, ਬੱਚਾ ਹੈਗਾ 16-17 ਸਾਲਾਂ ਦਾ, ਉਹ ਵੀ ਬੱਚਾ ਪ੍ਰੋਟੈਕਟਿਡ ਸਟੇਟਸ ਉਹਨੂੰ ਮਿਲ ਗਿਆ। ਪਰ ਜੇ ਉਹਦਾ ਹਸਬੈਂਡ ਨਹੀਂ ਸੀਗਾ ਜੇ ਤੋਂ ਖਤਰਾ, ਕਈ ਵਾਰੀ ਹਸਬੈਂਡ ਨੂੰ ਵੀ ਪ੍ਰੋਟੈਕਟਿਡ ਪਰਸਨ ਸਟੇਟਸ ਮਿਲ ਸਕਦਾ। ਸੋ ਇਹ ਡਿਪੈਂਡ ਕਰਦਾ ਵੀ ਤੁਹਾਡਾ ਰਿਲੇਸ਼ਨ ਕੀ ਆ, ਕਿਹੜੇ ਬੇਸ ਤੇ ਤੁਹਾਨੂੰ ਪ੍ਰੋਟੈਕਟਿਡ ਪਰਸਨ ਸਟੇਟਸ ਮਿਲਿਆ। ਜੀ। ਤੇ ਇਹਦੇ ਨਾਲ ਹੀ ਕੁਲਦੀਪ ਜੀ ਪੰਜਾਬ ਦੇ ਵਿੱਚੋਂ ਤਾਂ ਸਾਨੂੰ ਪਤਾ ਹੈ ਕਿ ਬਹੁਤ ਸਾਰੇ ਇਮੀਗ੍ਰੈਂਟਸ ਵੀ ਆਉਂਦੇ ਨੇ, ਚਾਹੇ ਉਹ ਲੀਗਲੀ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਆ ਰਹੇ ਨੇ, ਚਾਹੇ ਸਟੱਡੀ ਵੀਜ਼ਾ ਲੈ ਕੇ PR ਲੈਂਦੇ ਨੇ। ਤੇ ਜੇ ਅਸੀਂ ਰਿਫਿਊਜੀ ਕੇਸਿਸ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਕਿਹੜੇ ਕੰਟਰੀਜ਼ ਦੇ ਲੋਕ ਆ ਰਹੇ ਨੇ ਜੀ, ਕਿੱਦਾਂ ਦੇ ਕੇਸਿਸ ਆਉਂਦੇ ਨੇ? ਰੈਫਿਊਜੀ ਦੇ ਦੇਖੋ ਇਸ ਦੁਨੀਆ 'ਚ ਐਟ ਦ ਮੋਮੈਂਟ 117 ਮਿਲੀਅਨ ਰੈਫਿਊਜੀ ਆ, 42% ਉਹਦੇ ਹੈਗੇ 18 ਤੋਂ ਨੀਚੇ ਬੱਚੇ ਆ। ਤੇ ਕਈ ਰੈਫਿਊਜੀ ਸਾਊਥ ਅਮਰੀਕਾ, ਵੈਨੇਜ਼ੁਏਲਾ ਤੋਂ, ਸੀਰੀਆ ਤੋਂ, ਅਫਗਾਨਿਸਤਾਨ, ਉਹ ਸਾਰੇ ਮੁਲਕਾਂ ਜਿੱਥੇ ਲੜਾਈਆਂ ਹੋ ਰਹੀਆਂ, ਜਿੱਥੇ ਪੋਲੀਟੀਕਲ ਸਿਸਟਮ ਨਹੀਂ ਠੀਕ। ਤੇ ਹੁਣ ਸਾਡੇ ਕੈਨੇਡਾ ਦੇ ਦੇਖੋ ਪਿੱਛੇ ਯੂਕਰੇਨ ਤੋਂ ਬਹੁਤ ਆਏ,
ਉੱਥੇ ਲੜਾਈ ਚੱਲ ਰਹੀ ਆ। ਅਫਗਾਨਿਸਤਾਨ ਤੋਂ ਕਾਫੀ ਆਏ ਤੇ ਸੀਰੀਆ ਤੋਂ ਕਾਫੀ ਆਏ। ਸੋ ਇਹ ਡਿਪੈਂਡ ਕਰਦਾ ਵੀ ਕਈ ਵਾਰੀ ਕਈ ਮੁਲਕਾਂ 'ਚ ਲੜਾਈਆਂ ਹੁੰਦੀਆਂ ਵੀ ਰੈਫਿਊਜੀ ਪਹਿਲਾਂ ਹੀ ਉਹ ਅਪਰੂਵ ਕਰ ਦਿੰਦੇ ਆ ਉਸ ਮੁਲਕਾਂ 'ਚ ਵੀ ਚਲੋ ਤੁਹਾਨੂੰ ਅਸੈਸ ਕਰ ਲਿਆ ਕੈਨੇਡੀਅਨ ਗਵਰਨਮੈਂਟ ਨੇ ਤੇ ਤੁਸੀਂ ਕੁਆਲੀਫਾਈ ਕਰਦੇ ਆ ਐਜ਼ ਅ ਰੈਫਿਊਜੀ, ਉਹ ਆਟੋਮੈਟਿਕਲੀ ਆ ਜਾਂਦੇ ਆ। ਸੋ ਇਹ ਡਿਪੈਂਡ ਕਰਦਾ ਵੀ ਉਸ ਟਾਈਮ 'ਚ ਦੁਨੀਆ 'ਚ ਕੀ ਚੱਲ ਰਿਹਾ। ਪਰ ਕਈ ਇੰਡੀਵਿਜੂਅਲ ਰੈਫਿਊਜੀਜ਼ ਹੈਗੇ ਜਿਹਨਾਂ ਨੂੰ ਖਤਰਾ ਹੈਗਾ ਪੋਲੀਟਿਕਸ ਕਰਕੇ ਜਾਂ ਧਰਮ ਕਰਕੇ ਜਾਂ ਕੋਈ ਹੋਰ ਇਨਸਾਨ ਤੋਂ ਕੋਈ ਖਤਰਾ ਹੈਗਾ ਆ ਉਸ ਕੰਟਰੀ 'ਚੋਂ, ਉਹ ਇੰਡੀਵਿਜੂਅਲੀ ਆ ਕੇ ਅਪਲਾਈ ਕਰ ਸਕਦੇ ਆ ਇੱਥੇ ਰੈਫਿਊਜੀ ਦਾ, ਅਸਾਈਲਮ ਦਾ। ਸੋ ਹੁਣ ਜਿਹੜੇ ਅਸੀਂ ਕੇਸ ਡੀਲ ਕਰੀਦੇ ਅਸੀਂ ਚਾਈਨਾ ਤੋਂ, ਇੰਡੀਆ ਤੋਂ, ਈਰਾਨ ਤੋਂ, ਪਾਕਿਸਤਾਨ ਤੋਂ, ਅਫਗਾਨਿਸਤਾਨ, ਇਹ ਮੁਲਕਾਂ 'ਚੋਂ ਕਾਫੀ ਸਾਡੇ ਕੇਸ ਹੈਗੇ ਜਿਹੜੇ ਅਸੀਂ ਡੀਲ ਕਰਦੇ ਰੈਫਿਊਜੀ ਦੇ ਬੇਸ 'ਤੇ। ਜੀ ਤੇ ਕਿੰਨੇ ਕੁ % ਕੇਸਿਸ ਝੱਗੜ ਸਾਹਿਬ ਤੁਹਾਨੂੰ ਲੱਗਦਾ ਆ ਕਿ ਉਹ ਅਪਲਾਈ ਕਰਨ ਤੋਂ ਬਾਅਦ ਸਕਸੈਸਫੁਲ ਹੋ ਜਾਂਦੇ ਨੇ ਤੇ ਕੁਝ ਰਿਜੈਕਟ ਵੀ ਹੁੰਦੇ ਹੋਣਗੇ? ਅੰਦਾਜ਼ਾ ਕਿੰਨੇ ਕੁ % ਰਹਿੰਦੇ? ਹਾਂਜੀ, ਸੋ ਇਹ ਆਨਸਰ ਔਖਾ ਆ ਕਹਿਣ ਦਾ ਜਨਰਲੀ, ਕਿਉਂਕਿ ਜਿਹੜੇ ਰੈਫਿਊਜੀ ਹੀਅਰਿੰਗਸ ਹੁੰਦੇ ਨਾ ਉਹ ਪ੍ਰੋਟੈਕਟਿਡ ਹੈਗੇ ਆ। ਇਹਦਾ ਮਤਲਬ ਪਬਲਿਕ ਨਹੀਂ ਅਲਾਉਡ, ਸਿਰਫ ਜੱਜ, ਵਕੀਲ, ਜਿਹੜੇ ਪਾਰਟੀਆਂ ਹੁੰਦੀਆਂ ਉਹ ਅਲਾਉਡ ਹੈਗੇ ਆ ਹੀਅਰਿੰਗ 'ਚ। ਇਹਦਾ ਮਤਲਬ ਤੁਸੀਂ ਆਪਣਾ ਕੌਨਫੀਡੈਂਸ ਦੇ ਨਾਲ ਕਹਾਣੀ ਦੱਸ ਸਕਦੇ। ਸੋ ਜੇ ਰਿਜੈਕਸ਼ਨ ਹੋ ਜਾਵੇ ਸਿਰਫ ਉਹ ਪਾਰਟੀਆਂ ਨੂੰ ਪਤਾ ਜਿਹਨਾਂ ਨੂੰ ਰਿਜੈਕਸ਼ਨ ਹੋਈ, ਜੇ ਐਕਸੈਪਟ ਹੋ ਜਾਓ ਉਹਨਾਂ ਪਾਰਟੀਆਂ ਨੂੰ ਪਤਾ। ਅਸੀਂ ਜਨਰਲੀ ਨੰਬਰਸ ਲੈ ਸਕਦੇ ਹਾਂ IRB ਤੋਂ ਵੀ ਕਿੰਨੇ ਕੁ ਐਕਸੈਪਟ ਹੋਏ, ਕਿੰਨੇ ਰਿਜੈਕਟ ਹੋਏ। ਬਟ ਰਿਜੈਕਸ਼ਨ ਕਾਫੀ ਹੁੰਦੇ ਆ। ਪ੍ਰੋਬਲਮ ਹੈਗਾ ਵੀ ਸਾਨੂੰ ਪਤਾ ਨਹੀਂ ਲੱਗਦਾ। ਜਿੰਨਾ ਚਿਰ ਅਸੀਂ ਇਕੱਠੇ ਹੋ ਕੇ ਕੰਸਲਟੈਂਟ ਵਕੀਲ ਪੁੱਛੀਏ ਵੀ ਕੀ ਹੋ ਰਿਹਾ, ਕਿਉਂ ਰਿਜੈਕਸ਼ਨ ਹੋ ਰਿਹਾ, ਪਤਾ ਨਹੀਂ ਲੱਗਣਾ। ਪਰ ਮੈਂ ਨੋਟਿਸ ਵੀ ਕੀਤਾ ਵੀ ਕਈ ਵਾਰੀ ਜਿਹੜੇ ਰਿਜੈਕਸ਼ਨ ਹੁੰਦੇ ਆ ਉਹ ਸਮਝ ਨਹੀਂ ਆਉਂਦੀ ਵੀ ਕਿਹੜੇ ਬੇਸ 'ਤੇ ਰਿਜੈਕਟ ਕਰ ਦਿੱਤਾ। ਉਹ ਡਿਸੀਜਨ ਜਿੱਦਾਂ ਹੋਰ ਕਿਸੇ ਕੇਸ ਦੀ ਡਿਸੀਜਨ ਨਾ ਸਵਾਪ ਕਰਕੇ ਵੀ ਇਹਦਾ ਵੀ ਰਿਜੈਕਟ ਕਰ ਦਿੱਤਾ, ਮੈਂ ਤੇਰੀ ਕਹਾਣੀ ਨਹੀਂ ਮੰਨਦਾ, ਜਾਂ ਮੈਂ ਕਹਾਣੀ ਮੰਨ ਲਈ ਤੇਰੀ ਪਰ ਤੂੰ ਪੰਜਾਬ ਤੋਂ ਆ, ਤੂੰ ਦਿੱਲੀ ਜਾ ਕੇ ਰਹਿ ਸਕਦਾ, ਤੂੰ ਦਿੱਲੀ ਤੋਂ ਆ, ਤੂੰ ਹੋਰ ਕਿਤੇ ਜਾ ਕੇ ਰਹਿ ਸਕਦਾ। ਇਹ ਇਹਨਾਂ ਨੇ ਬੋਰਡ ਨੇ ਆਪਣੀ ਰਿਸਰਚ ਕਰਕੇ ਆਪਣਾ ਐਵੀਡੈਂਸ ਸਬੂਤ ਬਣਾ ਕੇ ਉਹਨਾਂ ਨੇ ਕਹਿਣਾ ਵੀ ਚਲੋ ਇੱਥੇ ਤੁਸੀਂ ਸੇਫ ਆ, ਜੇ ਇੱਥੇ ਨਹੀਂ ਸੇਫ। ਸੋ ਇੰਟਰਨਲ ਫਲਾਈਟ ਦੇ ਬੇਸ 'ਤੇ ਉਹ ਰਿਜੈਕਟ ਕਰ ਸਕਦੇ ਆ। ਬਹੁਤ ਇੰਪੋਰਟੈਂਟ ਹੈ ਵੀ ਜੇ ਤੁਸੀਂ ਕੇਸ ਆਪਣਾ ਪ੍ਰੋਪਰ ਤਿਆਰੀ ਕਰਕੇ ਪੇਸ਼ ਕਰਨਾ ਸੋ ਦੈਟ ਜਿਹੜੇ ਬੇਸ 'ਤੇ ਰਿਜੈਕਟ ਕਰ ਸਕਣ ਵੀ ਤੁਸੀਂ ਉਹ ਬੇਸ ਕਵਰ ਕੀਤੀ ਆ। ਸੋ ਰਿਜੈਕਸ਼ਨ ਕਾਫੀ ਹੁੰਦੇ ਆ, ਡਿਪੈਂਡ ਕਰਦਾ ਵੀ ਤੁਸੀਂ ਕਹਾਣੀ ਆਪਣੀ ਸਟੋਰੀ ਕਿੱਦਾਂ ਪੇਸ਼ ਕਰਦੇ ਹੋ ਤੁਸੀਂ। ਜੀ ਤੇ ਕੁਲਦੀਪ ਜੀ, ਇੱਕ ਅਹਿਮ ਤੇ ਅਖੀਰਲਾ ਸਵਾਲ ਹੀ ਹੈ ਇਹ। ਕਿਸੇ ਸ਼ਖਸ ਨੇ ਪੁੱਛਿਆ ਸੀਗਾ ਕਿ ਕੀ ਕੋਈ ਪਾਰਟਿਕੂਲਰ ਸਟੇਟ ਹੈ ਕੈਨੇਡਾ ਦੇ ਵਿੱਚ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਭਾਈ ਫਲਾਣੇ ਸਟੇਟ ਦੇ ਵਿੱਚ ਲੈਂਡ ਕਰ ਜਾਓ ਤੇ ਉੱਥੇ ਅਸਾਈਲਮ ਦੀ ਐਪਲੀਕੇਸ਼ਨ ਲਾਓ, ਜ਼ਿਆਦਾ ਬੈਨੀਫੀਸ਼ੀਅਲ ਹੈ? ਨਹੀਂ ਜੀ, ਉਹ ਹੁੰਦਾ ਸੀ ਟਾਈਮ, ਕਈ ਕਹਿੰਦੇ ਸੀ ਚਲੋ ਤੁਸੀਂ ਕੁਬੈਕ ਚਲ ਜਾਓ ਜਾਂ ਇੱਥੇ ਚਲ ਜਾਓ। ਦੇਖੋ ਜੀ, ਅੱਜ ਕੱਲ੍ਹ ਅਸੀਂ ਹੀਅਰਿੰਗ ਕਰੀਦੀ ਆ ਔਨਲਾਈਨ। ਕਈ ਵਾਰੀ ਸਾਡਾ ਜੱਜ ਹੁੰਦਾ ਆ ਐਲਬਰਟਾ, ਅਸੀਂ ਹੁੰਨੇ ਆ ਵੈਨਕੂਵਰ, ਇੰਟਰਪ੍ਰੀਟਰ ਹੁੰਦਾ ਟੋਰਾਂਟੋ। ਸੋ ਇਹ ਜ਼ਰੂਰੀ ਨਹੀਂ ਵੀ ਕੋਈ ਸਟੇਟ 'ਤੇ ਮੋਰ ਰਿਲੈਕਸਡ ਆ, ਨਹੀਂ ਰਿਲੈਕਸਡ। ਇਹ ਡਿਪੈਂਡ ਕਰਦਾ ਤੁਹਾਡੀ ਕਹਾਣੀ ਕੀ ਆ, ਤੁਹਾਡਾ ਵਕੀਲ ਕੌਣ ਆ, ਤੁਹਾਡੇ ਵਿਟਨੈਸਿਸ ਕਿੱਦਾਂ ਦੇ ਆ, ਤੁਹਾਡਾ ਜੱਜ ਕੌਣ ਆ, ਅਤੇ ਕਈ ਚੀਜ਼ਾਂ ਫੈਕਟਰ ਜਿਹੜੇ ਡਿਪੈਂਡ ਕਰਦੇ ਵੀ ਸਕਸੈਸ ਜਾਂ ਨਹੀਂ ਸਕਸੈਸ। ਇਹ ਨਹੀਂ ਕਹਿ ਸਕਦੇ ਵੀ ਇਹ ਪ੍ਰੋਵਿੰਸ ਜ਼ਿਆਦਾ ਸਕਸੈਸ ਆ ਜਾਂ ਦੂਜੀ ਪ੍ਰੋਵਿੰਸ ਜ਼ਿਆਦਾ ਸਕਸੈਸ ਆ। ਇੱਦਾਂ ਜਨਰਲੀ ਨਹੀਂ ਕਹਿ ਸਕਦੇ, ਪਰ ਨਾ ਮੈਂ ਇਹ ਦੇਖਿਆ। ਜੀ ਤੇ ਕੁਲਦੀਪ ਜੀ, ਕੋਈ ਏਜ ਦਾ ਵੀ ਫਰਕ ਹੁੰਦਾ ਆ ਕਿ 18 ਸਾਲ ਤੋਂ ਘੱਟ ਵਾਲੇ ਉਹ ਨਹੀਂ ਅਪਲਾਈ ਕਰ ਸਕਦੇ ਜਾਂ 18 ਤੋਂ ਵੱਧ ਕਰ ਸਕਦੇ ਨੇ? ਕੁਛ ਇੱਦਾਂ ਦਾ ਏਜ ਦਾ ਵੀ ਡਿਫਰੈਂਸ ਹੁੰਦਾ ਹੈ? ਹਾਂਜੀ, ਜੇ ਕੋਈ ਬੱਚਾ ਹੋਵੇ, ਉਹ ਬੇਸਿਕਲੀ ਬੱਚਾ ਹੀ ਹੋ ਗਿਆ 18 ਤੋਂ ਨੀਚੇ, ਉਹਨਾਂ ਲਈ ਅਸੀਂ ਡੈਜ਼ਿਗਨੇਟਿਡ ਅਪੋਇੰਟ ਕਰ ਸਕਦੇ ਹਾਂ ਸਮਬਡੀ ਐਲਸ ਵੀ ਉਹ ਉਸ ਬੱਚੇ ਦੇ ਬਿਹਾਫ 'ਤੇ ਬੋਲੇ। ਜਾਂ ਵਕੀਲ ਹੋ ਸਕਦਾ, ਕੋਈ ਫੈਮਿਲੀ ਮੈਂਬਰ ਹੋ ਸਕਦਾ, ਕੋਈ ਮਾਪੇ ਹੋ ਸਕਦੇ ਆ, ਕੋਈ ਇੱਦਾਂ ਦੇ ਅਪੋਇੰਟ ਹੋ ਸਕਦੇ ਜਿਹੜੇ ਡੈਜ਼ਿਗਨੇਟਿਡ ਹੁੰਦੇ ਆ ਉਹਨਾਂ ਦੇ ਬਿਹਾਫ 'ਤੇ ਵੀ ਉਹਨਾਂ ਦੀ ਤੁਸੀਂ ਕਹਾਣੀ ਸੁਣ ਕੇ ਤੁਸੀਂ ਪੇਸ਼ ਕਰੋ ਜਾਂ ਵਕੀਲ ਨੂੰ ਤੁਸੀਂ ਆਪਣਾ ਇਨਸਟਰਕਸ਼ਨ ਦੇ ਸਕਦੇ ਹੋ। ਜੀ ਸੋ ਬਹੁਤ ਧੰਨਵਾਦ ਕੁਲਦੀਪ ਝੱਗੜ ਜੀ ਦਾ। ਤੇ ਕੁਲਦੀਪ ਜੀ, ਇੱਕ ਚੀਜ਼, ਕਿਉਂਕਿ ਤੁਸੀਂ ਬਹੁਤ ਕੀਮਤੀ ਗੱਲਾਂ ਨੇ, ਵਡਮੁੱਲੀਆਂ ਗੱਲਾਂ ਨੇ, ਅਨਮੋਲ ਨੇ ਇਹ ਗੱਲਾਂ ਜਿਹੜੀਆਂ ਤੁਸੀਂ ਇਸ ਐਪੀਸੋਡ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੀਆਂ ਨੇ।
ਤੇ ਹੋ ਸਕਦਾ ਆ ਕੋਈ ਸਾਡਾ ਵੀਰ, ਕੋਈ ਭਰਾ, ਕੋਈ ਭੈਣ, ਕੋਈ ਬਜ਼ੁਰਗ ਤੁਹਾਡੇ ਤੱਕ ਪਹੁੰਚਣਾ ਚਾਹੇ। ਕੀ ਤੁਸੀਂ ਆਪਣਾ ਫੋਨ ਨੰਬਰ ਜਾਂ ਈਮੇਲ ਐਡਰੈਸ ਜਾਂ ਜਿੱਥੇ ਤੁਹਾਨੂੰ ਸੰਪਰਕ ਕੀਤਾ ਜਾ ਸਕੇ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਸਕਦੇ ਹੋ ਜੀ? ਹਾਂਜੀ ਬਿਲਕੁਲ ਜੀ, ਸਾਡਾ ਫੋਨ ਨੰਬਰ ਹੈਗਾ 778-869-3232 ਤੇ ਈਮੇਲ ਹੈਗੀ ਆ kuldeep@chaggarimmigration.com, KULDIP@chaggarimmigration.com। ਤੁਸੀਂ ਮੈਨੂੰ ਫੋਨ ਕਰ ਲਓ ਜਾਂ ਈਮੇਲ ਭੇਜ ਦਿਓ ਤੇ ਅਸੀਂ ਤੁਹਾਡੇ ਨਾਲ ਕੰਟੈਕਟ ਕਰਾਂਗੇ। ਤੇ ਇਨੀਸ਼ੀਅਲ ਇੰਟਰਵਿਊ ਦਾ ਫਿਕਰ ਨਾ ਕਰਨਾ, ਕੋਈ ਚਾਰਜ ਨਹੀਂ, ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਕਹਾਣੀ ਸੁਣ ਕੇ ਦੱਸ ਸਕਦੇ ਵੀ ਕੀ ਸਿਚੁਏਸ਼ਨ ਤੁਹਾਡਾ ਹੈ। ਤੇ ਸਾਡੇ ਕੇਸ ਦੇਖੋ, ਕਲਾਇੰਟ ਹੈਗੇ ਆ ਓਨਟਾਰੀਓ, ਕਈ ਕਲਾਇੰਟ ਅਸੀਂ ਮਿਲਦੇ ਨਹੀਂ ਪਰ ਉਹਨਾਂ ਦੇ ਕੇਸ ਕਰ ਦਈਦਾ, ਓਨਟਾਰੀਓ ਬੈਠੇ ਜਾਂ ਐਲਬਰਟਾ ਬੈਠੇ ਹੋ ਜਾਂ ਕੁਬੈਕ ਬੈਠੇ ਹੋ। ਸੋ ਇਟ ਡਜ਼ਨਟ ਮੈਟਰ ਤੁਸੀਂ ਕਿੱਥੇ ਹੋ, ਤੁਸੀਂ ਕਾਲ ਕਰ ਲੈਣਾ ਜਾਂ ਈਮੇਲ ਕਰ ਲੈਣਾ ਤੇ ਅਸੀਂ ਤੁਹਾਡੇ ਨਾਲ ਫਿਰ ਗੱਲਬਾਤ ਕਰਕੇ ਦੱਸ ਸਕਦੇ ਹਾਂ ਜੀ। ਸੋ ਦਰਸ਼ਕੋ, ਸਾਨੂੰ ਇਹ ਲੱਗਦਾ ਹੈ ਕਿ ਅਸੀਂ ਬਹੁਤ ਹੀ ਅੱਛੀ ਸ਼ਖਸੀਅਤ ਨੂੰ ਤੁਹਾਡੇ ਸਨਮੁਖ ਰੂਬਰੂ ਕੀਤਾ ਆ, ਤਾਂ ਕਿ ਜਿਹੜੇ ਸਾਡੇ ਵੀਰ ਭੈਣ ਪੰਜਾਬੀ ਨੇ ਔਰ ਪੰਜਾਬੀ ਸਮਝਦੇ ਨੇ ਔਰ ਉਹਨਾਂ ਨੇ ਅਸਾਈਲਮ ਦੇ ਕੇਸਿਸ ਅਪਲਾਈ ਕੀਤੇ ਹੋਏ ਨੇ, ਉਹਨਾਂ ਦੇ ਕਈ ਸ਼ੱਕ ਸੀਗੇ, ਕਿਉਂਕਿ ਇਹ ਸ਼ੋਅ ਕਰਨ ਲਈ ਜੀ ਕਈ ਤਰ੍ਹਾਂ ਦਾ ਹੋਮਵਰਕ ਕਰਨਾ ਪੈਂਦਾ ਹੈ। ਕਈ ਜਣਿਆਂ ਨੂੰ ਮੈਂ ਪੁੱਛਿਆ ਆ ਕਿ ਭਾਈ ਕਿੱਦਾਂ ਦੇ ਸਵਾਲ ਨੇ ਤੁਹਾਡੇ। ਸੋ ਮੈਨੂੰ ਲੱਗਦਾ ਹੈ ਕਿ ਕੁਲਦੀਪ ਚੱਗੜ ਜੀ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਆ। ਔਰ ਜੇ ਤੁਸੀਂ ਕਦੇ ਇਹਨਾਂ ਨੂੰ ਕੰਸਲਟ ਕਰਨਾ ਚਾਹੋ, ਉਹਨਾਂ ਨੇ ਆਪਣਾ ਫੋਨ ਨੰਬਰ ਦੇਤਾ ਹੈ, ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਨਾਂ ਦਾ ਫੋਨ ਨੰਬਰ ਲਿਖ ਦਾਂਗੇ, ਈਮੇਲ ਆਈਡੀ ਲਿਖ ਦਾਂਗੇ, ਤੇ ਤੁਸੀਂ ਕਦੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਪਰ ਅਸੀਂ ਸਾਰੇ ਜਾਣੇ ਰਲ ਕੇ ਕੁਲਦੀਪ ਜੀ ਦਾ ਇੱਕ ਵਾਰ ਧੰਨਵਾਦ ਜ਼ਰੂਰ ਕਰ ਦਈਏ, ਕਿਉਂਕਿ ਇਹੋ ਜਿਹੀਆਂ ਕੀਮਤੀ ਗੱਲਾਂ ਸੁਣਨ ਲਈ ਸਾਨੂੰ ਵਕੀਲ ਨੂੰ ਪੈਸੇ ਪੇ ਕਰਨੇ ਪੈਂਦੇ ਨੇ ਪਰ ਆਵਰ ਕੇ ਭਾਈ ਅਸੀਂ ਤੁਹਾਡੇ ਤੋਂ ਕੰਸਲਟੇਸ਼ਨ ਲੈਣੀ ਹੈ ਤੇ ਸਾਨੂੰ ਦੱਸੋ ਜੀ ਕਿੰਨੇ ਫੀਸ ਲਓਗੇ ਤੁਸੀਂ, ਤੇ ਉਹ ਫੀਸ ਵੀ ਮੂੰਹ ਮੰਗੀ ਮੰਗ ਲੈਂਦੇ ਨੇ ਜੀ। ਸੋ ਅਸੀਂ ਸਾਰੇ ਜਣੇ, ਕੁਲਦੀਪ ਜੀ, ਅਸੀਂ ਆਪਣੇ ਦਰਸ਼ਕਾਂ ਵੱਲੋਂ ਵੀ ਤੇ D5 ਚੈਨਲ ਪੰਜਾਬੀ ਵੱਲੋਂ ਖਾਸ ਤੌਰ ਤੇ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ ਫॉर ਹੈਵਿੰਗ ਮੀ, ਥੈਂਕ ਯੂ।